अकाल ट्रक एंड ट्रेलर सेंटर विनीपेग कैनेडा ਜਿਹੜੇ हर तरह ਦੀ मेजर ਤੇ माइनर ट्रक एंड ट्रेलर रिपेयर ਕਰਦੇ हैं, DOT सेफ्टी इंस्पेक्शंस ਕਰਦੇ हैं। ਇਹ हर तरह ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, डिफरेंशियल ਤੇ ਕਲਚ ਜੌਬਸ, ਆਇਲ ਚੇਂਜ, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरे जानकारी लई कॉल करो 204 409 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Truck Lube। ਸ਼ਮਾਦਾਨ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ 'ਚ। ਤੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਜਨਾਬ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ ਜੀ, ਮਿਹਰਬਾਨੀ। ਢਿੱਲੋਂ ਸਾਹਿਬ, ਇੱਕ ਚਰਚਿਤ ਖਬਰ ਜਿਹੜੀ ਹੈ ਅੱਗਾਂਗ ਫੈਲੀ ਹੈ। ਇੱਕ ਖੇਤਰੀ TV ਚੈਨਲ ਦੇ MD ਉਸ ਦੇ ਉੱਪਰ ਮਿਸ ਪੰਜਾਬਣ ਬਣਾਉਣ ਦੇ ਬਹਾਨੇ ਕਾਮੁਕ ਹਵਸ ਪੂਰੀ ਕਰਨ ਦੇ ਦੋਸ਼ ਹੇਠ ਪਰਚਾ ਦਰਜ ਹੋਇਆ। ਕੀ ਹੈ ਜੀ ਪੂਰਾ ਮਾਮਲਾ? ਬਿਲਕੁਲ, ਇਹ ਜਿਹੜਾ ਮਾਮਲਾ ਹੈ, ਇਹ ਮਾਮਲਾ ਸੰਬੰਧਿਤ ਹੈ ਮੋਹਾਲੀ ਨਾਲ। ਔਰ ਜਿਹੜਾ ਖੇਤਰੀ TV ਚੈਨਲ ਹੈ ਉਹਦਾ ਨਾਂ ਹੈ PTC ਜੀ। ਅਤੇ PTC ਬਾਰੇ ਆਪਾਂ ਜਾਣਦੇ ਹਾਂ ਕਿ PTC ਪੰਜਾਬ ਦੇ ਇੱਕ ਬਹੁਤ ਵੱਡੇ ਘਰਾਣੇ ਦਾ ਚੈਨਲ ਹੈ। ਔਰ ਇਲੈਕਸ਼ਨਾਂ ਦੇ ਵਿੱਚ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕੀਤਾ ਜਾਂਦਾ ਹੈ ਜੀ, ਉਦੋਂ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ ਕਿ ਇਹਦੇ ਕੌਣ ਹਿੱਸੇਦਾਰ ਹੈ ਜਾਂ ਕੌਣ ਮਾਲਕ ਹੈ ਜੀ, ਤਾਂ ਵੱਡਾ ਪਰਿਵਾਰ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਇਹਦਾ ਇਜ਼ਹਾਰ ਕਰ ਚੁੱਕੇ ਹੈ ਕਿ ਮੈਂ ਇਹਦਾ ਮਾਲਕ ਹਾਂ ਜੀ। ਇਸ TV ਚੈਨਲ ਵੱਲੋਂ ਹਰ ਸਾਲ ਇੱਕ ਮਿਸ ਪੰਜਾਬਣ ਨਾਂ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਅਤੇ ਉਹਦੇ ਨਾਲ ਸੰਬੰਧਿਤ ਹੀ ਇਹ ਕੇਸ ਹੈ। ਅਸਲ ਦੇ ਵਿੱਚ ਇੱਕ ਲੜਕੀ ਨੇ SSP ਮੋਹਾਲੀ ਨੂੰ ਐਪਲੀਕੇਸ਼ਨ ਦਿੱਤੀ। ਉਹਨੇ ਇਲਜ਼ਾਮ ਲਾਇਆ ਕਿ ਮੈਂ ਅਖਬਾਰ ਦੇ ਵਿੱਚ ਇਸ਼ਤਿਹਾਰ ਪੜ੍ਹਿਆ, ਇਸ਼ਤਿਹਾਰ ਪੜ੍ਹ ਕੇ ਮੈਂ ਇਸ ਚੈਨਲ ਵਾਲਿਆਂ ਦੇ ਨਾਲ ਤਾਲਮੇਲ ਕੀਤਾ, ਅਪਲਾਈ ਕੀਤਾ। ਉਹਨਾਂ ਨੇ ਮੈਨੂੰ ਮੁੱਢਲੇ ਮੁਕਾਬਲੇ ਵਾਸਤੇ ਬੁਲਾਇਆ।
ਉੱਥੇ ਉਹਨਾਂ ਨੇ ਜੋ ਕੁਛ ਮਤਲਬ ਮੇਰੀ ਟੈਸਟਿੰਗ ਕਰਨੀ ਸੀ, ਜੋ ਦੇਖਣਾ ਪੱਖਣਾ ਸੀ, ਉਹਦੇ ਮੁਤਾਬਕ ਕੁਝ ਹੋਰ ਮੁਕਾਬਲੇਬਾਜ਼ਾਂ ਦੇ ਨਾਲ ਨਾਲ ਮੈਨੂੰ ਵੀ ਸਿਲੈਕਟ ਕਰ ਲਿਆ ਜੀ। ਅਤੇ ਉਹਨੇ ਕਿਹਾ ਕਿ ਸਿਲੈਕਟ ਕਰਕੇ ਸਾਨੂੰ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ ਮੋਹਾਲੀ। ਉਸ ਹੋਟਲ ਦੇ ਵਿੱਚ ਫਿਰ ਇੱਕ ਮਰਦ ਇੰਪਲਾਈ ਆਉਂਦਾ ਹੈ, ਉਹਦੇ ਕਹਿਣ ਦੇ ਮੁਤਾਬਕ ਉਹ ਇੰਪਲਾਈ ਹੈ ਜੀ। ਲੇਕਿਨ PTC ਵਾਲਿਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਇਸ FIR 'ਚ, ਸਾਡਾ ਉਹਦੇ ਨਾਲ ਕੋਈ ਤਾਲੁਕ ਨਹੀਂ ਜੀ। ਕਹਿੰਦੇ ਉਹ ਆਉਂਦਾ, ਉਹ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਂਦਾ ਹੈ, ਔਰ ਰਸਤੇ ਦੇ ਵਿੱਚ ਜਾਂਦਾ ਉਹ ਬੜੀਆਂ ਇਤਰਾਜ਼ਯੋਗ ਹਰਕਤਾਂ ਕਰਦਾ ਹੈ ਜੀ। ਫਿਰ ਕਹਿੰਦੇ ਵੀ ਲਿਜਾ ਕੇ ਉਹ ਸਾਨੂੰ ਪਹਿਲਾਂ ਸਟੂਡੀਓ 'ਚ ਲੈ ਜਾਂਦੇ, ਸਟੂਡੀਓ ਤੋਂ ਬਾਅਦ ਫਿਰ ਉਹ ਇੱਕ ਗੁਪਤ ਕੋਠੀ ਜਾਂ ਗੁਪਤ ਕਮਰੇ ਦੇ ਵਿੱਚ ਲਿਜਾਇਆ ਜਾਂਦਾ ਹੈ ਜੀ। ਜਿੱਥੇ ਜਾ ਕੇ ਬੜੀਆਂ ਊਲ ਜਲੂਲ ਹਰਕਤਾਂ ਕੀਤੀਆਂ ਜਾਂਦੀਆਂ ਜੀ। ਔਰ ਉੱਥੇ ਜਦੋਂ ਊਲ ਜਲੂਲ ਹਰਕਤਾਂ ਕੀਤੀਆਂ ਜਾਂਦੀਆਂ ਤੇ ਸਾਨੂੰ ਕੰਪੈਲ ਕੀਤਾ ਜਾਂਦਾ ਹੈ ਕੁੜੀਆਂ ਨੂੰ ਕਿ ਤੁਹਾਨੂੰ ਕੋਈ ਨਾ ਕੋਈ ਕੰਪਰੋਮਾਈਜ਼ ਕਰਨਾ ਪੈਣਾ ਜੀ। ਇਤਰਾਜ਼ ਕੀਤਾ ਜਾਂਦਾ ਹੈ। ਫਿਰ ਕਹਿੰਦੀ ਵੀ ਵਾਪਸ ਹੋਟਲ 'ਚ ਲਿਆਂਦਾ ਜਾਂਦਾ ਹੈ, ਹੋਟਲ ਦੇ ਵਿੱਚ ਲੈ ਕੇ ਆਉਣਾ ਜਾਣਾ ਚੱਲਦਾ ਰਹਿੰਦਾ ਹੈ। ਉਹ ਕਹਿੰਦੇ ਵੀ ਉਸ ਸਮੇਂ ਦੌਰਾਨ ਪੀਣ ਵਾਸਤੇ ਜਿਹੜਾ ਪਾਣੀ ਦਿੰਦੇ ਹੈ ਉਹ ਪਾਣੀ ਦੀਆਂ ਬੋਤਲਾਂ ਖੁੱਲ੍ਹੀਆਂ ਹੁੰਦੀਆਂ। ਪਾਣੀ ਪੀਣ ਦੇ ਨਾਲ ਕਹਿੰਦੇ ਵੀ ਬੰਦੇ ਦੀ ਜਿਹੜੀ ਕਹਿੰਦੀ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੀ ਜਿਵੇਂ ਮੈਂ ਨੀਂਦ ਬੇਹੋਸ਼ੀ ਚਲੀ ਜਾਣੀ ਹੈ, ਅਤੇ ਇਹਦੇ ਨਾਲ ਕਾਮੁਕ ਜਿਹੜੀ ਹੈਗੀ ਹੈ ਜਿਹੜੀ ਹੈ ਉਹ ਵੱਧਦੀ ਹੈ ਜੀ। ਉਹਦੇ ਵਧਣ ਦੇ ਨਾਲ ਨੀਂਦ ਬੇਹੋਸ਼ੀ ਜਾਣ ਤੋਂ ਪਤਾ ਨਹੀਂ ਕੀ ਕੁਛ ਹੁੰਦਾ ਰਿਹਾ, ਕਾਮੁਕਤਾ ਵੱਧਦੀ ਹੈ। ਇਹ ਜਿਹੜਾ ਉਹਨੇ ਇਲਜ਼ਾਮ ਲਾਇਆ, ਇਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਂ ਲਿਖੇ ਹੈ ਉਹ ਨਾਂ ਜਿਹੜੇ ਹੈਗੇ ਆ ਬੜੇ ਵੱਡੇ ਲੋਕਾਂ ਦੇ ਹੈ ਜੀ। ਜੇ ਆਪਾਂ ਦੇਖੀਏ ਨਾਮਾਂ ਚੋਂ ਤਾਂ ਨੰਬਰ 1 ਦੇ ਉੱਤੇ ਜਿਹੜਾ ਹੈਗਾ ਜੀ ਨੈਂਸੀ ਘੁੰਮਣ, ਡਾਇਰੈਕਟਰ ਮਿਸ ਪੰਜਾਬਣ, ਉਹਦਾ ਨਾਂ ਲਿਖਿਆ ਹੋਇਆ ਜੀ। ਨੰਬਰ 2 ਦੇ ਉੱਤੇ ਨਿਹਾਰਕਾ, ਅਸਿਸਟੈਂਟ ਡਾਇਰੈਕਟਰ ਹੈ ਮਿਸਟਰ ਪੰਜਾਬਣ, ਉਹਦਾ ਨਾਂ ਲਿਖਿਆ ਹੋਇਆ ਜੀ। ਨੰਬਰ 3 ਦੇ ਉੱਤੇ ਮੈਨੇਜਿੰਗ ਡਾਇਰੈਕਟਰ PTC, ਇਹਦਾ ਨਾਂ ਨਹੀਂ ਪਾਇਆ ਹੋਇਆ, ਲੇਕਿਨ PTC ਦੇ ਮੈਨੇਜਿੰਗ ਡਾਇਰੈਕਟਰ ਬਾਰੇ ਪਤਾ ਵੀ ਉਹਨੂੰ RN ਕਹਿੰਦੇ ਹੈ ਜੀ। ਉਹ RN ਹੈ, ਕੋਈ ਪਤਾ ਨਹੀਂ ਉਹਦਾ ਪੂਰਾ ਨਾਂ ਕੀ ਵੀ RN, ਉਹ ਕਹਿੰਦੇ ਹੈ। ਇੰਨਾ ਕੁ ਸਾਨੂੰ ਇਹ ਪਤਾ ਵੀ ਉਹ RN ਹੈ, ਉਹਦਾ ਨਾਂ ਨਹੀਂ ਇਹਨਾਂ ਨੇ ਇਹਦੇ ਵਿੱਚ ਪਾਇਆ, ਪਰ ਮੈਨੇਜਿੰਗ ਡਾਇਰੈਕਟਰ ਉਹ ਹੈ। ਇਸੇ ਤਰੀਕੇ ਇੱਕ ਭੁਪਿੰਦਰ ਸਿੰਘ ਹੈ ਬੇਲਾ ਪਿੰਡ ਤੋਂ, ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਹੈ, ਔਰ ਮੈਨੇਜਿੰਗ ਡਾਇਰੈਕਟਰ JD ਰੈਜੀਡੈਂਸੀ ਜੀ। ਇਹ ਸੈਕਟਰ 58 'ਚ ਹੈ, ਫੇਜ਼ 1 ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਲਕਸ਼ਮਣ ਅਸਿਸਟੈਂਟ, ਲਕਸ਼ਮਣ ਪ੍ਰੋਡਿਊਸਰ SAS ਨਗਰ ਹੈ ਇਹ। ਔਰ ਇਹਦੇ 20-25 ਨਾਮਲੂਮ ਵਿਅਕਤੀ ਹੋਰ ਹੈ। 6 ਬੰਦਿਆਂ ਦਾ ਬਾਈ ਨੇਮ ਹੈ, 20-25 ਨਾਮਲੂਮ ਵਿਅਕਤੀ ਹੈ। ਜਿਹੜਾ ਇਹ ਲੜਕੀ ਕਹਿੰਦੀ ਹੈ ਕਿ ਮੈਂ ਉਹਨਾਂ ਨੂੰ ਸਾਹਮਣੇ ਆਉਣ 'ਤੇ ਪਛਾਣ ਸਕਦੀ ਹਾਂ ਜੀ। ਉਹ ਕਹਿੰਦੀ ਵੀ ਇਹਨਾਂ ਨੇ ਅਸ਼ਲੀਲਤਾ ਦੀ ਹੱਦ ਟੱਪ ਗਈ। ਅਤੇ ਬਰਾੜ ਸਾਹਿਬ ਜਿਹੜੇ ਇਹਦੇ 'ਚ FIR ਦੇ ਵਿੱਚ ਧਰਾਵਾਂ ਲੱਗੀਆਂ ਜੀ। ਇਹ ਜਦੋਂ ਐਪਲੀਕੇਸ਼ਨ SSP ਨੂੰ ਦਿੱਤੀ ਜਾਂਦੀ ਹੈ, SSP ਨੈਸੈਸਰੀ ਐਕਸ਼ਨ ਵਾਸਤੇ ਉੱਪਰ ਲਿਖ ਕੇ ਆਰਡਰ ਲਿਖ ਕੇ ਸਿੱਧਾ SHO ਵੂਮਨ ਸੈੱਲ ਮੋਹਾਲੀ ਨੂੰ ਭੇਜ ਦਿੰਦੇ ਹੈ ਜੀ। ਔਰ SHO ਮੋਹਾਲੀ ਉਹ FIR ਦਰਜ ਕਰਦੇ ਹੈ। ਇਹ FIR ਜਿਹੜੀ ਦਰਜ ਹੁੰਦੀ ਹੈ ਜੀ, ਇਹ 17/3/2022 ਦੀ ਤਾਂ ਦਾ ਇਹ ਸਮਾਂ, ਉਹਦੇ 'ਚ ਇਹ FIR ਦਰਜ ਹੁੰਦੀ ਹੈ ਅਤੇ FIR ਨੰਬਰ 2 ਹੈ। ਧਾਰਾਵਾਂ ਕਿਹੜੀਆਂ ਵੇਖਣ ਵਾਲੀ ਗੱਲ ਹੈ। ਇਹ 341, 342, 343 ਕਿਸੇ ਬੰਦੇ ਨੂੰ ਜਬਰੀ ਰੋਕ ਕੇ ਰੱਖਣਾ, 354, 354A, 354B, 354C, 328, 420 ਔਰ 120 ਸਾਜ਼ਿਸ਼ਾਨਾ ਢੰਗ ਦੇ ਨਾਲ ਇਹ ਧਾਰਾਵਾਂ ਉਹਨਾਂ ਦੇ ਖਿਲਾਫ ਲਾਈਆਂ ਗਈਆਂ। ਇੱਥੇ ਆਪਾਂ ਇਹ ਵੀ ਯਾਦ ਕਰਵਾ ਦਈਏ ਸਾਡੇ ਸਰੋਤਿਆਂ ਨੂੰ ਕਿ ਇਹ ਮਾਮਲਾ ਜਿਹੜਾ ਹੈਗਾ ਅਸੀਂ ਪਹਿਲਾਂ ਵੀ ਉਠਾ ਚੁੱਕੇ ਹਾਂ। ਔਰ ਇਹ ਮਾਮਲਾ ਉਠਾਉਣ ਦਾ ਕਾਰਨ ਕੀ ਸੀ? ਇਹਦਾ ਕਾਰਨ ਇਹ ਸੀ ਕਿ ਇਹੀ ਕੁੜੀ, ਜਿਹੜੀ ਕੁੜੀ ਨੇ ਹੁਣ ਇਹ ਐਪਲੀਕੇਸ਼ਨ ਦੇ ਕੇ ਕੇਸ ਰਜਿਸਟਰ ਕਰਵਾਇਆ ਹੈ, ਇਸ ਕੁੜੀ ਦੇ ਬਾਪ ਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜੀ। ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਇਹ ਦੋਸ਼ ਲਾਇਆ ਸੀ ਕਿ ਮੇਰੀ ਬੇਟੀ ਨੂੰ ਜਿਹੜਾ ਕੰਪੀਟੀਸ਼ਨ ਵਾਸਤੇ ਬੁਲਾਇਆ ਗਿਆ, ਆਡੀਸ਼ਨ ਤੋਂ ਬਾਅਦ ਉਹਨੂੰ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ, ਔਰ ਜਦੋਂ ਉਸ ਕੁੜੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਉਸ ਕੁੜੀ ਨੇ ਇਤਰਾਜ਼ ਪ੍ਰਗਟ ਕੀਤਾ ਜੀ। ਉਹਨੂੰ ਜਬਰੀ ਬਣਾ ਕੇ ਰੱਖਿਆ, ਔਰ ਕੁੜੀ ਨੇ ਮੈਨੂੰ ਟੈਲੀਫੋਨ ਦੇ ਉੱਤੇ ਇਨਫੋਰਮ ਕੀਤਾ ਕਿ ਮੇਰੇ ਨਾਲ ਇਹ ਕੁਛ ਹੁੰਦਾ ਹੈ। ਔਰ ਮੈਂ ਬਾਅਦ ਦੇ ਵਿੱਚ ਜਾਣਾ ਅਤੇ ਮੈਂ ਜਦੋਂ ਪ੍ਰਬੰਧਕਾਂ ਨਾਲ ਜਾ ਕੇ ਗੱਲ ਕਰਦਾ, ਪ੍ਰਬੰਧਕਾਂ ਨੂੰ ਕਿਹਾ ਕਿ ਤੁਸੀਂ ਇਹ ਗਲਤ ਕੀਤਾ, ਅਤੇ ਪ੍ਰਬੰਧਕਾਂ ਨੇ ਮੋਟੀ ਰਕਮ ਮੰਗੀ ਜਿਹੜੀ ਮੈਂ ਰਕਮ ਦੇਣ ਦੇ ਸਮਰੱਥ ਨਹੀਂ ਸੀ। ਇਹਦੇ ਤੋਂ ਬਾਅਦ ਉਹਨੇ ਕਿਹਾ ਕਿ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ, ਇਸ ਕਰਕੇ ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਬੰਦੀ ਪ੍ਰਤੱਖੀਕਰਨ
ਦੀ ਕਾਰਵਾਈ ਨੂੰ ਜਿਹੜਾ ਅੰਜਾਮ ਦੇਵੇ, ਇਹਨੂੰ ਅੱਗੇ ਪੂਰਾ ਕਰੇ, ਜੀ ਇਹਦੇ ਤੇ ਅਮਲ ਕਰੇ। ਤੇ ਮਾਨਯੋਗ ਅਦਾਲਤ ਨੇ ਉਹਦੀ ਫਰਿਆਦ ਨੂੰ ਪ੍ਰਵਾਨ ਕਰਦਿਆਂ ਅਦਾਲਤ ਵੱਲੋਂ ਇੱਕ ਵਾਰੰਟ ਅਫਸਰ ਨਿਯੁਕਤ ਕੀਤਾ ਜੀ। ਔਰ ਵਾਰੰਟ ਅਫਸਰ ਨੇ ਉਸ ਜਿਹੜਾ ਹੋਟਲ ਹੈ ਜਿੱਥੇ ਉਸ ਲੜਕੀ ਨੂੰ ਰੱਖਿਆ ਹੋਇਆ ਸੀ, ਉਸ ਹੋਟਲ ਦੇ ਉੱਤੇ ਰੇਡ ਕਰਕੇ ਉਸ ਲੜਕੀ ਨੂੰ ਰਿਹਾ ਕਰਵਾਇਆ। ਜੀ। ਹੁਣ ਜੇ ਇਸ FIR ਦੀ ਕਹਾਣੀ ਨੂੰ ਮੁਕੰਮਲ ਪੜ੍ਹੀਏ ਤਾਂ ਮੋਟੀ ਕਹਾਣੀ ਹੈ। ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਬਹੁਤ ਵੱਡੇ ਬੰਦਿਆਂ ਤੱਕ ਵੀ ਗੱਲ ਜਾਂਦੀ ਜਾਪਦੀ ਹੈ ਜੀ, ਕਿਉਂਕਿ FIR ਦੇ ਵਿੱਚ ਇਹ ਲਿਖਿਆ ਹੈ ਕਿ ਭੋਲੀਆਂ ਭਾਲੀਆਂ ਕੁੜੀਆਂ ਨੂੰ ਬਰਗਲਾ ਕੇ ਮੁਕਾਬਲੇਬਾਜ਼ੀ ਦੇ ਨਾਂ ਥੱਲੇ ਉਹਨਾਂ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ, ਔਰ ਗਲਤ ਹਰਕਤਾਂ ਕਰਕੇ ਉਹਨਾਂ ਨੂੰ ਪੁਚਲਾਵੇ ਦੇ ਵਿੱਚ ਲੈ ਕੇ ਫਿਰ ਉਹਨਾਂ ਲੜਕੀਆਂ ਨੂੰ ਰਸੂਖਦਾਰ ਬੰਦਿਆਂ ਦੇ ਅੱਗੇ ਪਰੋਸਿਆ ਜਾਂਦਾ ਹੈ। ਜੀ, ਸ਼ਬਦ ਹੈ ਰਸੂਖਦਾਰ। ਹੁਣ ਰਸੂਖਦਾਰ ਦਾ ਜੇ ਆਪਾਂ ਡੈਫੀਨੇਸ਼ਨ ਦੇਖੀ ਤਾਂ ਰਸੂਖਦਾਰ ਤਾਂ ਬਹੁਤ ਦੂਰ ਤੱਕ ਚਲੇ ਜਾਂਦੇ ਆ। ਰਸੂਖਦਾਰ ਕੌਣ ਹੈ? ਜੀ, ਨਾਲ ਇਸ ਕੁੜੀ ਨੇ ਜਿਹੜੀਆਂ ਉਹਨਾਂ ਦੀ ਜਿਹੜੀ ਮੋਡਸ ਆਪਰੈਂਡੀ ਦਾ ਜ਼ਿਕਰ ਕੀਤਾ ਉਹ ਬੜਾ ਖਤਰਨਾਕ ਹੈ। ਜੀ, ਉਹ ਕਹਿੰਦੀ ਹੈ ਮੋਡਸ ਆਪਰੈਂਡੀ ਇਹ ਹੈ ਕਿ ਜਦੋਂ ਨਾ ਨੁੱਕਰ ਕਰਦੇ ਤਾਂ ਫਿਰ ਕਮਰ ਮਿਲਣੀ ਮਿੰਤੀ ਕਰਨੀ ਹੈ ਕਿ ਤੁਸੀਂ ਫਿੱਟ ਉਹਦੇ ਵਾਸਤੇ ਕਿ ਨਹੀਂ, ਮਿੰਤੀ ਕਰਦਿਆਂ ਕਰਾਉਂਦਿਆਂ ਬਿੰਗੀਆਂ ਟੇਡੀਆਂ ਹਰਕਤਾਂ ਕਰਕੇ ਕੱਪੜੇ ਲਾਉਣ ਦਾ ਯਤਨ ਕਰਨਾ ਵਗੈਰਾ ਵਗੈਰਾ, ਇਹ ਕੁਛ ਹੁੰਦਾ ਰਿਹਾ ਜੀ। ਸਾਰਾ ਕੁਛ ਹੁੰਦਾ ਤਾਂ ਬਹੁਤ ਹੀ, ਇਹ ਤਾਂ ਦਿਲ ਕੰਬਾਊ ਹੈ। ਲੇਕਿਨ ਇਹ ਤੋਂ ਬਾਅਦ ਜਿਹੜੀ PTC ਦੀ ਆਰਗੇਨਾਈਜੇਸ਼ਨ ਹੈ, ਉਸ ਆਰਗੇਨਾਈਜੇਸ਼ਨ ਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਹੈ ਜੀ, ਔਰ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੇ SSP ਮੋਹਾਲੀ ਨੂੰ। ਜੀ, ਉਸ ਐਪਲੀਕੇਸ਼ਨ ਦੇ ਵਿੱਚ ਉਹਨੇ ਕਿਹਾ ਕਿ ਜਿਹੜੀ ਇਹ ਨੈਂਸੀ ਘੁੰਮਣ ਹੈ, ਭੁਪਿੰਦਰ ਸਿੰਘ ਵਗੈਰਾ ਜਿਹੜੇ ਮੇਨ ਅਕਿਊਜ਼ਡ ਹੈ, ਉਹਨਾਂ ਦਾ ਸਾਡੀ ਆਰਗੇਨਾਈਜੇਸ਼ਨ ਨਾਲ ਕੋਈ ਤਾਲੁਕ ਨਹੀਂ। ਜੀ, ਉਹਨਾਂ ਦਾ ਇਹ ਇਲਜ਼ਾਮ ਹੈ ਵੀ ਕੋਈ ਤਾਲੁਕ ਨਹੀਂ। ਇਸ ਕਰਕੇ ਸਾਨੂੰ ਤਾਂ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੀ ਉੱਚ ਪੱਧਰੀ ਪੜਤਾਲ ਕੀਤੀ ਜਾਵੇ, ਸਾਨੂੰ ਬੇਗੁਨਾਹ ਕਰਾਰ ਦਿੱਤਾ ਜਾਵੇ। ਜੀ, ਇਹ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ, ਇਸ ਐਪਲੀਕੇਸ਼ਨ ਨੂੰ ਉਹਨਾਂ ਨੇ ਜਨਤਕ ਵੀ ਕਰ ਦਿੱਤਾ ਹੈ। ਜੀ। ਉਹਨਾਂ ਨੇ ਕੀਤਾ ਜਾਂ ਕੁਛ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਉਹ ਐਪਲੀਕੇਸ਼ਨ ਘੁੰਮਦੀ ਫਿਰਦੀ ਹੈ। ਜੀ, ਔਰ ਬਹੁਤ ਵੱਡੀ ਇੱਕ ਉਹਨਾਂ ਨੇ ਜਿਹੜੀ ਹੈਗੀ ਹੈ ਗਲਤੀ ਹੋਰ ਕਰ ਲਈ। ਜੀ, ਗਲਤੀ ਵੀ ਕਹਿ ਸਕਦੇ ਹਾਂ ਆਪਾਂ, ਗੁਸਤਾਖੀ ਵੀ ਕਹਿ ਸਕਦੇ ਹਾਂ, ਕਾਨੂੰਨ ਦੀ ਉਲੰਘਣਾ ਵੀ ਕਹਿ ਸਕਦੇ ਹਾਂ। ਜੀ, ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਕਿ ਕੋਈ ਵੀ ਲੜਕੀ ਜਿਹੜੀ ਪੀੜਤ ਹੋਵੇ ਸੈਕਸੁਅਲ ਹਰਾਸਮੈਂਟ ਦੀ, ਉਹਦੀ ਸ਼ਨਾਖਤ ਜੱਗ ਜ਼ਾਹਰ ਨਹੀਂ ਕੀਤੀ ਜਾ ਸਕਦੀ। ਜੀ, ਲੇਕਿਨ ਇੱਥੇ ਕੀ ਕੀਤਾ ਹੈ? ਇੱਥੇ ਉਸ ਕੁੜੀ ਦਾ ਨਾਂ ਪਤਾ ਕਿ ਕੰਪਲੇਨੈਂਟ ਸੋ ਐਂਡ ਸੋ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਹੈ, ਜੀ। ਉਹ ਐਪਲੀਕੇਸ਼ਨ ਦੇ ਸੰਬੰਧ ਵਿੱਚ ਅਸੀਂ ਆਹ ਕੁਛ ਪ੍ਰੇ ਕਰਨਾ ਚਾਹੁੰਦੇ ਹਾਂ, ਆਹ ਕੁਛ ਅਸੀਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹੁੰਦੇ ਹਾਂ। ਹੁਣ ਉਹ ਜੱਗ ਜ਼ਾਹਰ ਹੋਣ ਦੇ ਨਾਲ ਤਾਂ ਇੱਕ ਹੋਰ ਉਹਨਾਂ ਨੇ ਗੁਨਾਹ ਕਰ ਲਿਆ ਜੀ, ਔਰ ਇਸ ਗੁਨਾਹ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਇਹ PTC ਦੀ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਦਿੱਤੀ ਗਈ ਹੈ, ਉਹਨਾਂ ਦੇ ਲੈਟਰ ਪੈਡ ਦੇ ਉੱਤੇ ਉਹ ਮੇਰੇ ਤੁਸੀਂ ਦੇਖਿਆ, ਤੁਹਾਡੇ ਵੀ ਆ ਗਈ ਹੋਣੀ ਹੈ ਸੋਸ਼ਲ ਮੀਡੀਆ ਤੇ, ਤੁਸੀਂ ਵੀ ਦੇਖ ਲਈ ਹੋਣੀ ਹੈ ਤੇ ਮੈਂ ਵੀ ਦੇਖ ਲਈ ਹੈ ਜੀ, ਬਿਲਕੁਲ। ਸੋ ਕੁੱਲ ਮਿਲਾ ਕੇ ਬਹੁਤ ਹੀ ਸਨਸਨੀਖੇਜ਼ ਮਾਮਲਾ ਹੈ। ਔਰ ਇਹ ਮਾਮਲਾ ਜਿਹੜਾ ਹੈਗਾ, ਅਸੀਂ ਇਹ ਨਹੀਂ ਕਹਿੰਦੇ ਕਿ ਜੋ ਕੁਛ ਉਸ ਲੜਕੀ ਨੇ ਕਿਹਾ ਉਹ ਠੀਕ ਹੈ, ਅਸੀਂ ਉਹਦੀ ਪੁਸ਼ਟੀ ਨਹੀਂ ਕਰ ਸਕਦੇ। ਜੀ। ਉਹਨੇ ਇਲਜ਼ਾਮ ਲਾਏ ਹੈ, ਜੇ ਇਲਜ਼ਾਮ ਸੱਚ ਤੱਕ ਪਹੁੰਚਦੇ ਹੈ ਤਾਂ ਇਹ ਬਹੁਤ ਵੱਡੀ ਮਤਲਬ ਜਿਹੜੀ ਹੈਗੀ ਹੈ ਇੱਕ ਅਜਿਹੀ ਸਾਜ਼ਿਸ਼ ਨੂੰ ਬੇਨਕਾਬ ਕਰਦੇ ਜਿੱਥੇ ਭੋਲੀਆਂ ਭਾਲੀਆਂ ਕੁੜੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਗਰ ਇਹ ਐਪਲੀਕੇਸ਼ਨ ਝੂਠੀ ਹੈ ਔਰ ਇਸ ਐਪਲੀਕੇਸ਼ਨ ਦੇ ਜ਼ਰੀਏ ਕਿਸੇ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੀ। ਤਾਂ ਮੇਰੇ ਖਿਆਲ ਮੁਤਾਬਕ ਫਿਰ ਇਹ ਮਾਨ ਸਰਕਾਰ, ਭਗਵੰਤ ਮਾਨ ਸਰਕਾਰ ਦੇ ਲਈ ਇੱਕ ਇਮਤਿਹਾਨ ਵੀ ਹੋਊਗਾ। ਜੀ। ਸੋ ਆਪਾਂ ਦੇਖਣੇ ਵੀ ਜਿਹੜਾ ਭਵਿੱਖ ਦੇ ਵਿੱਚ ਕੀ ਹੁੰਦਾ ਹੈ, ਕਿਉਂਕਿ ਇਹ ਤੋਂ ਬਾਅਦ ਇਨਵੈਸਟੀਗੇਸ਼ਨ ਕਰਨੀ ਹੈ ਪੁਲਿਸ ਨੇ। ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਕੀ ਉਹ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ? ਜੇ ਤਾਂ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ ਪੁਲਿਸ, ਤਾਂ ਚਾਰਜ ਸ਼ੀਟ ਦਾਇਰ ਕਰਨੀ ਪੈਣੀ ਹੈ ਕੋਰਟ ਦੇ ਵਿੱਚ। ਜੀ, ਜੇ ਚਾਰਜ ਸ਼ੀਟ ਦਾਇਰ ਕੀਤੀ ਜਾਂਦੀ ਹੈ, ਫਿਰ ਚਾਰਜ ਸ਼ੀਟ ਨੂੰ ਕੋਈ ਸਪੋਰਟ ਕਰਦਾ ਕਿ ਨਹੀਂ ਕਰਦਾ? ਚਾਰਜ ਸ਼ੀਟ ਦੇ ਵਿੱਚ ਜਿਹੜੇ ਇਲਜ਼ਾਮ ਲਾਏ ਆ, ਜੇ ਤਾਂ ਉਹ ਇਲਜ਼ਾਮ ਸਾਬਤ ਹੁੰਦੇ ਆ ਤਾਂ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲਣਗੀਆਂ। ਜੀ, ਅਗਰ ਉਹ ਦੋਸ਼ ਸਾਬਤ ਨਹੀਂ ਹੁੰਦੇ ਤਾਂ ਫਿਰ ਸਮਝ ਲਓ ਵੀ ਬਦਲਾ ਲਊ ਭਾਵਨਾ ਦਾ ਕੇਸ ਵੀ ਬਣਦਾ ਹੈ। ਜੀ। ਇਹ ਇਲਜ਼ਾਮ ਲੱਗਣਗੇ ਫਿਰ ਮਾਨ ਸਰਕਾਰ ਦੇ ਉੱਤੇ ਕਿ ਜੀ। ਸਰਕਾਰ ਨੇ ਬਣਦਿਆਂ ਸਾਰ ਹੀ ਬਦਲਾ ਲਊ ਭਾਵਨਾ ਦੇ ਤਹਿਤ ਇਹ ਕਾਰਵਾਈ ਕੀਤੀ ਹੈ, ਕਿਉਂਕਿ ਆਪਾਂ ਜਾਣਦੇ ਹਾਂ ਚੰਗੀ ਤਰ੍ਹਾਂ ਕਿ ਇਹ PTC ਜਿਹੜੇ ਹੈਗੇ, PTC ਦੀ ਮਲਕੀਅਤ ਬਾਦਲ ਪਰਿਵਾਰ ਦੀ ਹੈ। ਜੀ, ਔਰ ਰਾਜਨੀਤਿਕ ਵਿਰੋਧ ਤਾਂ ਆਮ ਆਦਮੀ ਪਾਰਟੀ ਦੀ ਤੇ ਅਕਾਲੀ ਦਲ ਤਾਂ ਹੈ ਹੀ ਹੈ। ਜੀ, ਇਹਦੇ ਨਾਲ ਜੇ ਆਪਾਂ ਦੇਖੀਏ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਭਗਵੰਤ ਸਿੰਘ ਮਾਨ ਹੋਰਾਂ ਨੇ 2017 ਦੇ ਵਿੱਚ ਜੀ। ਜਲਾਲਾਬਾਦ ਹਲਕੇ ਤੋਂ ਚੋਣ ਵੀ ਲੜੀ ਸੀ। ਸੋ ਜੀ। ਫਿਰ ਕਈ ਵਾਰੀ ਉਹ ਬਣ ਜਾਂਦੀ ਹੁੰਦੀ ਹੈ ਕਿ ਜੀ ਇਹ ਰਾਜਸੀ ਵਿਰੋਧਤਾ ਚੱਲਦੀ ਹੈ ਜਾਂ ਜੋ ਵੀ ਕੁਛ ਹੈ, ਆਪਾਂ ਕਹਿੰਦੇ ਸਿਆਸੀ ਬਦਲਾਖੋਰੀ ਚੱਲਦੀ ਹੈ। ਇਹ ਉਸ ਕਿਸਮ ਦੀਆਂ ਗੱਲਾਂ ਬਾਤਾਂ ਵੀ ਹੋਣਗੀਆਂ। ਅਜੇ ਤੱਕ ਇਹ ਮਾਮਲਾ ਭਵਿੱਖ ਦੇ ਗਰਭ ਦੇ ਵਿੱਚ ਹੈ। ਇਹਦਾ ਕੀ ਜਿਹੜਾ ਫੈਸਲਾ ਕੀ ਹੁੰਦਾ ਉਹਦੇ ਤੇ ਨਿਰਭਰ ਹੈ। ਲੇਕਿਨ ਆਪਣੇ ਆਪ ਦੇ ਵਿੱਚ ਇਹ ਇੱਕ ਸਨਸਨੀਖੇਜ਼ ਜਿਹੜਾ ਹੈਗਾ ਮਾਮਲਾ, ਸਨਸਨੀਖੇਜ਼ ਖਬਰ ਹੈ ਜੀ। ਢਿੱਲੋਂ ਸਾਹਿਬ, ਸਾਬ ਛਵੀ ਵਾਲੇ ਅਫਸਰਾਂ ਦੀ ਤਲਾਸ਼ ਵਿੱਚ ਪੰਜਾਬ ਸਰਕਾਰ ਉਹਨਾਂ ਦੀ ACR ਦੀ ਜਾਂਚ ਕਰਾਉਣ ਲੱਗੀ ਹੋਈ ਹੈ।
ਬਿਲਕੁਲ ਆਮ ਤੌਰ ਤੇ ਅਸੀਂ ਇਹ ਦੇਖਿਆ ਕਿ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਨਵੀਂ ਸਰਕਾਰ ਸਭ ਤੋਂ ਪਹਿਲਾ ਕੰਮ ਇਹ ਕਰਦੀ ਹੈ ਕਿ ਅਫਸਰਾਂ ਦੀਆਂ ਧੜਾ ਧੜ ਬਦਲੀਆਂ ਕਰਦੀ ਹੈ ਜੀ। 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਆ ਤੇ ਉਹਨਾਂ ਨੇ ਆਪਣੇ ਮੰਤਰੀ ਮੰਡਲ ਨੂੰ ਸਹੁੰ ਬਾਅਦ 'ਚ ਚੁਕਾਈ ਸੀ। ਕੱਲਿਆਂ ਨੇ ਸਹੁੰ ਚੁੱਕ ਕੇ ਅਮਰਿੰਦਰ ਸਿੰਘ ਉਹਨਾਂ ਨੇ ਉਸ ਵੇਲੇ ਚੀਫ ਸੈਕਟਰੀ, DGP ਔਰ ਬਹੁਤ ਸਾਰੇ ਜ਼ਿਲ੍ਹਿਆਂ ਦੇ SSP ਵਗੈਰਾ ਜਿਹੜੇ ਉਹ ਚੇਂਜ ਕਰਤੇ ਸੀ, DC ਵੀ ਚੇਂਜ ਕਰਤੇ ਸੀ ਜੀ। 2007 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ ਤੇ ਇਹੀ ਕੁਛ ਬਾਦਲ ਸਰਕਾਰ ਨੇ ਕੀਤਾ ਸੀ। 2012 ਦੇ ਵਿੱਚ ਬਾਦਲ ਸਰਕਾਰ ਨੇ ਰਿਪੀਟ ਕਰਤੀ, ਉਹ ਵੱਖਰੀ ਗੱਲ ਹੈ। 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਫਿਰ ਮੁੱਖ ਮੰਤਰੀ ਬਣਦੇ ਆ, ਲੇਕਿਨ ਉਸ ਵੇਲੇ ਬਹੁਤੇ ਅਫਸਰ ਜਿਹੜੇ ਆ ਉਹ ਚੇਂਜ ਨਹੀਂ ਸੀ ਕੀਤੇ ਜੀ। ਔਰ ਹੁਣ ਇਹ ਇਲਜ਼ਾਮ ਵੀ ਲੱਗਦੇ ਆ, ਹੁਣ ਤੱਕ ਇਹ ਇਲਜ਼ਾਮ ਲੱਗਦੇ ਰਹੇ ਕਿ ਬਾਦਲ ਜਿਹੜੀ ਕੈਪਟਨ ਸਰਕਾਰ ਦੇ ਵਿੱਚ ਉਹ ਅਫਸਰ ਕੰਮ ਕਰਦੇ ਜਿਹੜੇ ਬਾਦਲਾਂ ਦੇ ਵਫਾਦਾਰ ਸੀ। ਔਰ ਜਿਹੜੀ ਉਹ 25-75 ਵਾਲੀ ਗੱਲ ਬਣਦੀ ਹੈ, ਇਲਜ਼ਾਮ ਲੱਗਦੀ ਹੈ ਆਪਸ ਵਿੱਚ ਇਹ ਰਲੇ ਹੋਏ। ਇਹ ਇਲਜ਼ਾਮਾਂ ਦਾ ਆਧਾਰ ਵੀ ਇਹੀ ਕੁਛ ਬਣਦਾ ਸੀ ਜੀ। ਹੁਣ ਬਣ ਗਈ ਹੈ ਮਾਨ ਸਰਕਾਰ। ਮਾਨ ਸਰਕਾਰ ਨੇ ਵੀ ਕੋਈ ਬਹੁਤੀ ਤਬਦੀਲੀ ਨਹੀਂ ਕੀਤੀ ਜੀ। DGP ਦੀ ਨਿਯੁਕਤੀ ਹੈ ਜਿਹੜੀ ਉਹ ਥੋੜਾ ਸਮਾਂ ਪਹਿਲਾਂ ਹੀ ਹੋਈ ਸੀ ਔਰ ਉਹ ਚੋਣ ਜਾਬਤਾ ਲੱਗਣ ਵਾਲੇ ਦਿਨ ਹੀ ਹੋਈ ਸੀ ਜੀ। ਕਿ ਉਹ DGP ਗੁਪਤਾ ਜਿਹੜੇ ਹੈਗੇ ਆ BK ਭਾਵੜਾ ਸਾਹਿਬ, ਇਹਨਾਂ ਦੀ ਜਿਹੜੀ ਸਿਲੈਕਸ਼ਨ ਹੈ ਇਹ ਉਸ ਜਿਹੜੀ ਲਿਸਟ ਦੇ ਵਿੱਚੋਂ ਕੀਤੀ ਹੈ ਜਿਹੜੀ ਲਿਸਟ ਪੰਜਾਬ ਸਰਕਾਰ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜੀ ਸੀ ਜੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਉਸ ਲਿਸਟ ਦੇ ਵਿੱਚੋਂ 3 ਨਾਂ ਜਿਹੜੇ ਹੈਗੇ ਚੁਣ ਕੇ ਭੇਜ ਦਿੱਤੇ ਕਿ ਇਹਨਾਂ 'ਚ ਜਿਹਨੂੰ ਮਰਜ਼ੀ ਲਾਓ ਜੀ। ਤੇ ਫਿਰ ਉਸ ਵੇਲੇ ਦੀ ਜਿਹੜੀ ਚੰਨੀ ਸਰਕਾਰ ਉਹਦੀ ਮਜਬੂਰੀ ਸੀ ਕਿ ਸਾਫ਼ ਸੁਥਰੀ ਛਵੀ ਵਾਲਾ ਬੰਦਾ BK ਭਾਵੜਾ ਸਾਹਿਬ ਹੀ ਬਣਦਾ ਸੀ ਔਰ ਉਹਨਾਂ ਨੇ DGP ਨਿਯੁਕਤ ਕਰਤਾ ਸੀ। ਫਿਰ ਜੋ ਚੋਣ ਜਾਬਤਾ ਲੱਗ ਗਿਆ ਤਾਂ ਸਿੱਧੇ ਤੌਰ ਦੇ ਉੱਤੇ ਜਿਹੜੀ ਹੈ ਉਹ ਕੰਮ ਚਲਾਊ ਸਰਕਾਰ ਰਹਿ ਗਈ, ਚੰਨੀ ਵਾਲੀ ਸਰਕਾਰ, ਤੇ ਟੋਟਲ ਜਿਹੜਾ ਹੈਗਾ ਕੰਟਰੋਲ ਪ੍ਰਸ਼ਾਸਨ ਦਾ ਉਹ ਆ ਗਿਆ ਸੀ ਚੋਣ ਕਮਿਸ਼ਨ ਦੇ ਹੱਥ। ਇੱਥੇ ਮੈਂ ਇਹ ਵੀ ਦੱਸ ਦਵਾਂ ਕਿ ਉਹ ਤੋਂ ਪਹਿਲਾਂ 2017 ਦੀਆਂ ਜਦੋਂ ਚੋਣਾਂ ਹੋਈਆਂ ਜੀ, ਉਹਨਾਂ ਚੋਣਾਂ ਵੇਲੇ BK ਭਾਵੜਾ ਸਾਹਿਬ ਨੋਡਲ ਅਫਸਰ ਸੀ ਚੋਣ ਕਮਿਸ਼ਨ ਦੇ ਜੀ। ਤਾਂ ਚੋਣ ਕਮਿਸ਼ਨ ਦੀਆਂ ਨਜ਼ਰਾਂ ਦੇ ਵਿੱਚ ਕਿਉਂਕਿ ਉਹ ਜੇ ਨੋਡਲ ਅਫਸਰ ਸੀ ਉਹਨਾਂ ਦਾ ਕੰਮ ਚੰਗਾ ਹੋਣਾ, ਚੋਣ ਕਮਿਸ਼ਨ ਨੇ ਵੀ ਉਹਨਾਂ 'ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਕੁਝ ਅਫਸਰਾਂ ਦੀਆਂ ਜਾਬਤੇ ਦੇ ਦੌਰਾਨ ਬਦਲੀਆਂ ਵੀ ਹੋਈਆਂ ਜਿਨ੍ਹਾਂ ਦੇ ਉੱਤੇ ਕੁਛ ਇਲਜ਼ਾਮ ਵਗੈਰਾ ਲੱਗਦੇ ਸੀ, ਲੇਕਿਨ DGP ਦੀ ਸੰਭਾਵਨਾ ਹੈ ਕਿ DGP ਤਬਦੀਲ ਨਹੀਂ ਹੋਊਗਾ, ਉਹੀ ਰਹੂਗਾ ਜੀ। ਜਿੱਥੋਂ ਤੱਕ ਚੀਫ ਸੈਕਟਰੀ ਦੀ ਗੱਲ ਹੈ, ਚੀਫ ਸੈਕਟਰੀ ਅਨੁਰੁੱਧ ਤਿਵਾੜੀ ਹੈ, ਉਹ ਵੀ ਸੀਨੀਅਰ IAS ਅਫਸਰ ਹੈਗੇ ਤੇ ਇਲੈਕਸ਼ਨ ਦੇ ਦੌਰਾਨ, ਇਲੈਕਸ਼ਨ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਉਹਨਾਂ ਨੂੰ ਚੀਫ ਸੈਕਟਰੀ ਲਾਇਆ ਸੀ ਜਦੋਂ ਚੰਨੀ ਸਾਹਿਬ ਬਣੇ ਮੁੱਖ ਮੰਤਰੀ, ਪਹਿਲੇ ਚੀਫ ਸੈਕਟਰੀ ਨੂੰ ਚੇਂਜ ਕਰਕੇ ਜੀ। ਸੋ ਉਹਨਾਂ ਦੇ ਉੱਤੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਹੋਇਆ ਕਿ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਤਰਫਦਾਰੀ ਕੀਤੀ ਹੈ ਕਿਸੇ ਪੋਲੀਟੀਕਲ ਪਾਰਟੀ ਦੀ, ਖਾਸ ਕਰਕੇ ਜੇ ਆਪਾਂ ਕਹੀਏ ਰੂਲਿੰਗ ਪਾਰਟੀ ਦੀ ਜੀ। ਤਾਂ ਵੱਡੀ ਗੱਲ ਇਹ ਹੈ ਕਿ ਜ਼ਿਲ੍ਹੇ ਦੇ ਵਿੱਚ DC ਕੌਣ ਲੱਗਣ ਤੇ SSP ਕੌਣ ਲੱਗਣ ਜੀ। ਜਿਹੜੀ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ, ਸੱਤਾ ਵਿੱਚ ਆਈ, ਪਹਿਲੀ ਵਾਰੀ ਸੱਤਾ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਦੇ ਕੋਲੇ ਕੋਈ ਅਜਿਹਾ ਲੋਟ ਹੈ ਨਹੀਂਗਾ ਜਿਹੜਾ ਉਹਨਾਂ ਦੇ ਵਫਾਦਾਰ ਅਫਸਰਾਂ ਦਾ ਹੋਵੇ ਜੀ। ਅਕਾਲੀ ਦਲ ਖੁਸ਼ਕਿਸਮਤ ਹੈ ਕਿ ਅਕਾਲੀ ਦਲ 1997 'ਚ ਸੱਤਾ 'ਚ ਆਇਆ, 1997 ਤੋਂ ਲੈ ਕੇ 2002 ਤੱਕ ਰਿਹਾ। ਵਿਚਾਲ ਦੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਆ ਗਿਆ, 5 ਸਾਲ ਉਹ ਕੱਢ ਦਿਓ, ਅਗਲੇ 10 ਸਾਲ ਫਿਰ ਅਕਾਲੀ ਦਲ ਰਿਹਾ। ਉਹ 15 ਸਾਲਾਂ ਦੇ ਵਿੱਚ ਜਿਹੜੇ ਲੋਕ ਭਰਤੀ ਹੋਏ ਸੀ, ਜਿਹੜੇ ਲੋਕ ਛੋਟੀਆਂ ਪੋਜੀਸ਼ਨਾਂ 'ਤੇ ਸੀ, ਪ੍ਰਮੋਟ ਹੋਏ ਸੀ, ਉਹ ਸਾਰੇ ਦੇ ਸਾਰੇ ਬਾਦਲਾਂ ਦੇ ਰਾਜ ਵਿੱਚ ਹੋਏ ਸੀ ਜੀ। ਔਰ ਬਾਦਲਾਂ ਦੇ ਨਾਲ ਉਹਨਾਂ ਦੀ ਲੋਇਲਟੀ ਹੈ ਜਿਹੜੀ ਉਹ ਸਾਫ਼ ਸਪਸ਼ਟ ਦਿਖਦੀ ਹੈ ਜੀ। ਅਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਵੀ ਜਿਹੜੇ ਇਹ ਇਲਜ਼ਾਮ ਲੱਗਦੇ ਸੀ ਕਿ ਅਮਰਿੰਦਰ ਸਿੰਘ ਦੇ ਕੁਝ ਅਧਿਕਾਰੀ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਨਾਲ ਬਾਦਲਾਂ ਦੇ ਨਾਲ ਜਿਹੜੇ ਹੈਗੇ ਉਹ ਘਿਓ ਖਿਚੜੀ ਹੈ। ਅਸਲ ਦੇ ਵਿੱਚ ਉਹ ਗੱਲ ਉਨੀ ਨਹੀਂ ਸੀ, ਉਹ ਘਿਓ ਖਿਚੜੀ ਤਾਂ ਉਹਨਾਂ ਦੀ ਜਿਹੜੀ ਪੁਰਾਣੀ ਲੋਇਲਟੀ ਸੀ ਉਹਦੇ ਚੱਲਦੇ ਹੀ ਹੈ। ਬਹੁਤ ਸਾਰੇ ਅਫਸਰ ਜਿਨ੍ਹਾਂ ਦੇ ਮੈਂ ਨਾਂ ਲੈ ਸਕਦਾ, ਉਹਨਾਂ ਅਫਸਰਾਂ ਨੂੰ ਨੇ ਬਾਦਲਾਂ ਦੇ ਰਾਜ ਦੇ ਵਿੱਚ ਵੀ ਰਾਜ ਕੀਤਾ ਹੈ, ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਵੀ ਰਾਜ ਕੀਤਾ ਹੈ, ਚੰਨੀ ਸਾਹਿਬ ਦੇ ਰਾਜ ਦੇ ਵਿੱਚ ਵੀ ਰਾਜ ਕੀਤਾ ਹੈ। ਅੱਜ ਵੀ ਉਹ ਲੋਕ ਰਾਜ ਕਰ ਰਹੇ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਕੋਈ ਬੰਦਾ ਹੀ ਹੈ ਨਹੀਂ, ਉਹ ਲਾਉਣ ਤੇ ਲਾਉਣ ਕਿਹਨੂੰ। ਇਸ ਕਰਕੇ ਆਮ ਆਦਮੀ ਪਾਰਟੀ ਦੇ ਸਾਹਮਣੇ ਇੱਕ ਬਹੁਤ ਵੱਡਾ ਇਮਤਿਹਾਨ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਖਬਰਾਂ ਵੀ ਲੱਗੀਆਂ ਸੀ ਕਿ ਪੰਜਾਬ ਦੇ ਵੱਡੇ ਵੱਡੇ ਅਫਸਰ ਆ ਜਿਹੜੇ ਉਹਨਾਂ ਨੇ ਦਿੱਲੀ ਵੱਲ ਨੂੰ ਦੌੜਾਂ ਲਾ ਦਿੱਤੀਆਂ ਜੀ। ਔਰ ਦਿੱਲੀ ਜਿਹੜੇ ਕੇਜਰੀਵਾਲ ਸਾਹਿਬ ਦੇ ਸਟਾਫ ਦੇ ਕੁਝ ਅਫਸਰ ਆ ਉਹ ਉਹਨਾਂ ਨਾਲ ਤਾਲਮੇਲ ਕਰ ਰਹੇ ਹੈ, ਉਹਨਾਂ ਨੂੰ ਪੁੱਛ ਰਹੇ ਆ ਕਿ ਦੱਸੋ ਜੀ ਕੀ ਹੈ ਤੁਹਾਡੀ ਕੋਈ ਹੈ ਆਪਸ ਵਿੱਚ ਇਹਨਾਂ ਦੇ ਨਾਲ ਜਿਹੜੀ ਅੰਡਰਸਟੈਂਡਿੰਗ ਹੈ, ਸਾਡੀ ਸਿਫਾਰਿਸ਼ ਵਗੈਰਾ ਕਰ ਦਿਓ। ਕੁਛ ਆਪਣੇ ਅਖਬਾਰਾਂ ਵਾਲਿਆਂ ਨੇ ਐਵੇਂ ਵੀ ਚੱਕਤਾ ਕਿ ਫਲਾਣੇ ਬੰਦੇ ਨੂੰ ਆਹ ਲਾਤਾ ਜੀ, ਕਿਸੇ ਨੂੰ ਕਹਿਤਾ ਜੀ ਇਹ ਕੇਜਰੀਵਾਲ ਦਾ ਬੈਚਮੇਟ ਹੈ, ਕਿਸੇ ਨੂੰ ਕਹਿ ਦਿੱਤਾ ਜੀ ਇਹ ਕੇਜਰੀਵਾਲ ਦਾ ਫਲਾਣਾ IAS ਅਫਸਰ ਆ ਉਹਦਾ ਬੈਚਮੇਟ ਹੈ, ਇਹ IPS ਅਫਸਰ ਦਾ ਬੈਚਮੇਟ ਹੈ ਵਗੈਰਾ ਵਗੈਰਾ ਜੀ। ਲੇਕਿਨ ਹੁਣ ਤੱਕ ਦੀ ਜਿਹੜੀ ਮਾਨ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਦੇ ਤੋਂ ਲੱਗਦੀ ਹੈ ਕਿ ਉਹ ਕਾਹਲੀ ਦੇ ਵਿੱਚ ਨਹੀਂ ਜੀ। ਉਹਨਾਂ ਨੂੰ ਇੱਕ ਬਹੁਤ ਵਧੀਆ ਲੋਟ ਚਾਹੀਦਾ ਜਿਹੜੇ ਲੋਟ ਦੇ ਨਾਲ ਉਹ ਆਪਣਾ ਕੰਮ ਚਲਾ ਸਕਣ ਅਫਸਰ, ਕਿਉਂਕਿ ਬਹੁਤ ਕੁਝ ਜਿਹੜਾ ਨਿਰਭਰ ਹੈ ਉਹ ਅਫਸਰਾਂ ਤੇ ਹੈ ਜੀ। ਅਫਸਰ ਜਿਹੜੇ ਹੈਗੇ ਆ ਸਰਕਾਰਾਂ ਦੀ ਜਿਹੜੀ ਹੈਗੀ ਹੈ ਦਿਸ਼ਾ ਤੇ ਦਸ਼ਾ ਉਹਨਾਂ ਨੇ ਤੈਅ ਕਰਨੀ ਹੁੰਦੀ ਹੈ ਜੀ। ਜੇ ਚੰਗੇ ਅਫਸਰ ਹੋਣ ਦਸ਼ਾ ਠੀਕ ਹੈ, ਦਿਸ਼ਾ ਵੀ ਠੀਕ ਹੋਊਗੀ ਤੇ ਦਸ਼ਾ ਵੀ ਠੀਕ ਹੋਊ ਜੀ। ਜੇ ਅਫਸਰ ਜਿਹੜੇ ਹੈਗੇ ਸ਼ੱਕੀ ਹੋਣਗੇ, ਦਾਗੀ ਹੋਣਗੇ ਤਾਂ ਉਹ ਆਪਦੇ ਲਈ ਤਾਂ ਚਲੋ ਜਿਹੜੀ ਉਹਨਾਂ ਨੇ
ਖੁਨਾਮੀ ਖੱਟਣੀ ਹੈ ਤੇ ਸਰਕਾਰ ਦੀ ਵੀ ਉਹ ਮਿੱਟੀ ਪਲੀਤ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੀ। ਜੀ। ਇਹਨਾਂ ਚੀਜ਼ਾਂ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਬੜੀ ਬਚ ਕੇ ਚੱਲ ਰਹੀ ਹੈ, ਬੜੀ ਡਰ ਕੇ ਚੱਲ ਰਹੀ ਹੈ। ਹੁਣ ਉਹ ਕਹਿੰਦੇ ਕਿ ਜਿਹੜਾ ਸਾਡੇ ਸਾਹਮਣੇ ਇੱਕ ਪਿਆ ਤੁਹਾਡਾ ਭੰਡਾਰ ਪਿਆ ਹੈ ਅਫਸਰਾਂ ਦਾ, ਇਹਦੇ ਵਿੱਚੋਂ ਅਸੀਂ ਚੁਣੀਏ ਕੌਣ? ਜੀ ਇਹਦੇ ਵਾਸਤੇ ਚੰਗੀ ਦਿੱਖ ਵਾਲੇ, ਸਾਫ਼ ਗਊਈ ਵਾਲੇ ਲੋਕਾਂ ਦੀ ਤਲਾਸ਼ ਕਰ ਰਹੇ ਜੀ ਤੇ ਉਹ ਤਲਾਸ਼ ਦੇ ਵਾਸਤੇ ਇੱਕੋ ਇੱਕ ਜਿਹੜਾ ਹੈਗਾ ਹੁਣ ਪੈਮਾਨਾ ਉਹ ਇਹੀ ਹੈ ਕਿ ACR, ਜਿਹਨੂੰ ਅਸੀਂ ਕਹਿੰਦੇ ਐਨੂਅਲ ਕਨਫੀਡੈਂਸ਼ੀਅਲ ਰਿਪੋਰਟ, ਜੀ ਗੁਪਤ ਸਾਲਾਨਾ ਰਿਪੋਰਟ। ਜੀ। ਹਰ ਸਾਲ ਦੇ ਸਾਲ ਹਰ ਅਫਸਰ ਦੀ, ਹਰ ਕਰਮਚਾਰੀ ਦੀ ਇੱਕ ਰਿਪੋਰਟ ਲਿਖੀ ਜਾਂਦੀ ਹੈ। ਜੀ ਉਹਦਾ ਇਮੀਡੀਏਟ ਬੌਸ ਜਿਹੜਾ ਹੈਗਾ ਉਹਦੇ ਤੇ ਆਪਣੀ ਟਿੱਪਣੀ ਦਿੰਦਾ ਕਿ ਇਹ ਬੰਦਾ ਕਿਹੋ ਜਿਹਾ ਹੈ, ਜੀ ਇਹ ਐਕਸੀਲੈਂਟ ਹੈ, ਇਹ ਨਾਰਮਲ ਹੈ, ਇਹ ਮੀਡੀਅਮ ਹੈ, ਇਹ ਸਾਰੀਆਂ ਗੱਲਾਂ ਉਹ ਕਰਕੇ ਉਹ ਸਾਰਾ ਕੁਝ ਦੇਖਦੇ ਹੁੰਦੇ ਕਿ ਦੱਸੋ ਇਹਨੂੰ ਕਿਹਦੇ ਵਿੱਚ ਕਿਹਨੂੰ ਲਾਇਆ ਜਾਵੇ, ਇਹ ਜੀ। ਗੱਲ ਉਹ ਦੇਖਦੇ ਹੁੰਦੇ। ਜੀ। ਹੁਣ ਉਹ ਖੰਗਾਲ ਰਹੇ ਹੈ, ਸਭ ਦਾ ਰਿਕਾਰਡ ਖੰਗਾਲ ਰਹੇ ਹੈ, IPS ਅਫਸਰਾਂ ਦਾ ਵੀ, IAS ਅਫਸਰਾਂ ਦਾ ਵੀ, PCS ਅਫਸਰਾਂ ਦਾ ਵੀ, PPS ਅਫਸਰ। ਤੁਹਾਨੂੰ ਜੀ। ਪਤਾ ਵੀ IAS ਅਫਸਰ ਡਿਪਟੀ ਕਮਿਸ਼ਨਰ ਲੱਗਦੇ ਹੈ, ਉਹਨਾਂ ਨੂੰ ਵੀ ਉਹ ਦੇਖ ਰਹੇ ਆ। IAS ਅਫਸਰ ਹੀ ਵੱਡੇ ਜਿਹੜੇ ਹੈਗੇ ਸੈਕਟਰੀ ਵਗੈਰਾ ਡਿਪਾਰਟਮੈਂਟਾਂ ਦੇ ਮੁਖੀ ਲੱਗਦੇ ਆ, ਉਹਦੇ 'ਚ ਦੇਖ ਰਹੇ ਹੈ। ਔਰ IAS ਅਫਸਰ ਜਿਹੜੇ ਹੈਗੇ ਜਿਹੜੇ ਅਜੇ ਤੱਕ ਆਪਣੇ ਟ੍ਰੇਨਿੰਗ ਹੁੰਦੇ ਹੈ, ਉਹਨਾਂ ਦੇ ਵਿੱਚੋਂ ਹੀ SDM ਲੱਗ ਜਾਂਦੇ ਆ, ਫਿਰ ਉਹਨਾਂ 'ਚ ਪ੍ਰਮੋਟ ਹੋ ਕੇ ADC ਵਗੈਰਾ ਲੱਗ ਜਾਂਦੇ। ਇੱਕ ਤਾਂ ਉਹਨਾਂ ਦੀ ਉਹ ਤਲਾਸ਼ ਕਰ ਰਹੇ ਹੈ। ਜੀ ਜਿਹੜੇ PCS ਆਫਿਸਰ ਹੈ ਉਹਨਾਂ ਨੇ SDM ਵਗੈਰਾ ਲੱਗਣਾ ਹੁੰਦਾ ਹੈ, ਹੋਰ ਛੋਟੀਆਂ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਐਕਸਾਈਜ਼ ਵਗੈਰਾ 'ਚ ਵੀ ਚਲੇ ਜਾਂਦੇ ਆ ਵਗੈਰਾ ਵਗੈਰਾ। IPS ਅਫਸਰ ਜਿਹੜੇ ਹੈਗੇ ਆ ਉਹ ਇੰਡੀਅਨ ਪੁਲਿਸ ਸਰਵਿਸ ਦੇ, ਉਹ DGP ਤੋਂ ਲੈ ਕੇ ਜ਼ਿਲ੍ਹਿਆਂ ਦੇ SSPਆਂ ਤੱਕ ਹੁੰਦੇ ਆ, ASPਆਂ ਤੱਕ ਹੁੰਦੇ ਆ। ਜੀ ਸਭ ਤੋਂ ਛੋਟੀ ਪੋਸਟ ਜਿਹੜੀ IPS ਅਫਸਰ ਦੇ ਵਿੱਚ ਉਹ ASP ਹੁੰਦੀ ਹੈ। ਜਦੋਂ ਬੰਦਾ ਨਵਾਂ ਭਰਤੀ ਹੋ ਕੇ ਆਉਂਦਾ ਹੈ ਉਹ ਹੁੰਦਾ ਕਪਤਾਨ ਹੈ, ਲੇਕਿਨ ਉਹਨੂੰ ਮੁਨਸ਼ੀ ਦਾ ਕੰਮ ਵੀ ਸਿੱਖਣਾ ਪੈਂਦਾ, ਉਹਨੂੰ SHO ਦਾ ਕੰਮ ਵੀ ਸਿੱਖਣਾ ਪੈਂਦਾ, ਉਹਨੂੰ ਫਿਰ DSP ਦਾ ਕੰਮ ਵੀ ਸਿੱਖਣਾ ਪੈਂਦਾ ਤੇ ਫਿਰ ਉਹ SP ਬਣਦਾ। ਜੀ। ਉਹਦੇ ਜਿਹੜਾ ਉਹਦਾ ਪੀਰੀਅਡ ਹੁੰਦਾ ਉਹ ਪੀਰੀਅਡ ਪੂਰਾ ਕਰਕੇ ਜਿਹੜਾ ਪ੍ਰੋਬੇਸ਼ਨ ਪੀਰੀਅਡ ਕਹਿੰਦੇ ਉਹਨੂੰ, ਪ੍ਰੋਬੇਸ਼ਨ ਪੀਰੀਅਡ ਕਰਕੇ ਫਿਰ ਉਹ ਆਪਣੀ ਰੈਗੂਲਰ ਉਹਨਾਂ ਦੇ ਵਿੱਚੋਂ SSP ਲੱਗਣੇ, ਉਹਨਾਂ 'ਚੋਂ DIG IG ਤੇ DGP ਤੱਕ ਲੱਗਣਾ। ਇਹ ਹੁਣ ਸਾਰੀ ਗੱਲ ਕਰਦੇ ਆ। ਇੱਦਾਂ ਹੀ PPS ਅਫਸਰ ਉਹ ਹੈ ਜਿਹੜੇ ਡਿਪਟੀ ਤੇ SP ਲੱਗਦੇ ਆ। ਉਹਨਾਂ ਸਭ ਦੀ ਤਲਾਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵਿੱਚੋਂ ਬਹੁਤ ਵਧੀਆ ਬੰਦੇ ਭਾਲੇ ਜਾਣ ਤੇ ਉਹਨਾਂ ਨੂੰ ਹੀ ਚੰਗੇ ਥਾਂ 'ਤੇ ਲਾਏ ਜਾਣ। ਜਿਵੇਂ ਮਨਸ਼ਾ ਹੈ ਤੇ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਹੈ, ਜੇ ਸੱਚਮੁੱਚ ਹੀ ਇਹ ਖਬਰ ਸੱਚ ਹੈ ਤਾਂ ਮੈਂ ਸਮਝਦਾ ਕਿ ਸ਼ੁਰੂਆਤ ਤਾਂ ਚੰਗੀ ਹੈ। ਜੀ ਪਰ ਸ਼ੁਰੂਆਤ ਜਿਹੜੀ ਹੈਗੀ ਚੱਲੂਗੀ ਕਿਵੇਂ? ਕਿਉਂਕਿ ਇਸ ਵੇਲੇ ਜਿਹੜਾ ਹੈਗਾ ਪੰਜਾਬ ਦੀ ਸਰਕਾਰ ਦੇ ਗਲ ਜੇ ਆਪਾਂ ਕਹੀਏ ਤਾਂ ਉਸ ਤਰ੍ਹਾਂ ਦੀ ਮਾਲਾ ਪਈ ਹੋਈ ਹੈ। ਜੀ ਉਸ ਤਰ੍ਹਾਂ ਦੀ ਮਾਲਾ ਇਸ ਕਰਕੇ ਕਿ ਪਿਛਲੀ ਸਰਕਾਰ ਵੇਲੇ ਦਾ ਹੀ ਆਰਥਿਕ ਸੰਕਟ ਬਹੁਤ ਵੱਡਾ ਹੈ। ਜੀ ਕਈ ਡਿਪਾਰਟਮੈਂਟ ਅਜਿਹੇ ਹੈ ਜਿਨ੍ਹਾਂ ਦੇ ਮੁਲਾਜ਼ਮਾਂ ਨੂੰ ਹਜੇ ਤੱਕ ਪਿਛਲੀਆਂ ਤਨਖਾਹਾਂ ਨਹੀਂ ਮਿਲੀਆਂ। ਜੀ ਪੁਲਿਸ ਦੇ ਵਿੱਚੋਂ ਵੀ ਕੁਝ ਜਿਹੜੇ ਹੈਗੇ ਵਿੰਗ ਹੈਗੇ ਜਿਨ੍ਹਾਂ ਨੂੰ ਅਜੇ ਤੱਕ 2-2 ਮਹੀਨੇ ਦੀ ਤਨਖਾਹ ਨਹੀਂ ਮਿਲੀ। ਜੀ ਦੂਜੇ ਜਿਹੜੇ ਹੈਗੇ ਆ ਕਰਮਚਾਰੀ, ਉਹਨਾਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ। ਅੱਗੇ ਜਿਹੜੀ ਹੈਗੀ ਜਿਹੜਾ ਸਾਡੇ ਸਾਹਮਣੇ ਪੀਰੀਅਡ ਆ ਰਿਹਾ, ਪੀਰੀਅਡ ਬਹੁਤ ਗਰਮੀ ਦਾ ਪੀਰੀਅਡ ਹੈ ਔਰ ਇਸ ਵੇਲੇ ਕੋਲੇ ਦਾ ਵੀ ਇੱਕ ਵੱਡਾ ਸੰਕਟ ਪਿਆ ਹੋਇਆ। ਜੀ ਕੋਇਲੇ ਦਾ ਸੰਕਟ ਬਹੁਤ ਵੱਡਾ ਹੈ ਤੇ ਕੋਲੇ ਜਿਹੜੀ ਬਿਜਲੀ ਹੈ, ਬਿਜਲੀ ਜਿਹੜੀ ਸੈਂਟਰਲ ਪੂਲ 'ਚੋਂ ਅਸੀਂ ਲੈਣੀ ਹੈ, ਬਾਹਰਲੇ ਜਿਹੜੇ ਭੰਡਾਰ ਆ ਉਹਦੇ ਵਿੱਚੋਂ ਲੈਣੀ ਹੈ, ਉਹ ਬੜੀ ਮਹਿੰਗੀ ਹੋ ਗਈ ਹੈ। ਹੁਣੇ ਕਹਿੰਦੇ ਵੀ 15 ਰੁਪਏ ਯੂਨਿਟ ਤੱਕ ਦੀ ਉਹ ਪਹੁੰਚ ਗਈ ਹੈ। ਜੀ ਤੇ ਤੁਸੀਂ ਇਹ ਦੇਖੋ ਕਿ ਜਿਹੜੇ ਵਾਅਦੇ ਕੀਤੇ ਹੈ ਉਹਨਾਂ ਵਾਅਦਿਆਂ ਦੇ ਵਿੱਚ 300 ਯੂਨਿਟ ਫਰੀ ਦੇਣੀ ਹੈ। ਜੀ 1000 ਰੁਪਈਆ ਹਰ 18 ਸਾਲ ਤੋਂ ਉੱਪਰ ਦੀ ਬੀਬੀ ਦੇ ਖਾਤੇ ਵਿੱਚ ਪਾਉਣਾ ਹੈ। ਜੀ ਜੇ ਇਹਨੂੰ ਸਾਰੇ ਦਾ ਆਪਾਂ ਜੋੜ ਕਰ ਲਈਏ 1000 ਤੇ 300 ਆਪਣੀ ਯੂਨਿਟ ਬਿਜਲੀ ਦੀ ਫਰੀ, ਜੀ ਨਾਲ ਬੀਬੀਆਂ ਨੂੰ ਬੱਸਾਂ ਦੇ ਉੱਤੇ ਮੁਫਤ ਕਰਨ ਦੀ ਵੀ ਸਹੂਲਤ ਦਿੱਤੀ ਹੋਈ ਆ, ਉਹਨੂੰ ਅਲੱਗ ਰੱਖ ਦਈਏ ਤਾਂ ਦੋ ਮੱਦਾਂ ਜਿਹੜੀਆਂ ਨੇ, ਦੋ ਮੱਦਾਂ ਦਾ 20,000 ਕਰੋੜ ਰੁਪਈਆ ਚਾਹੀਦਾ। ਇਮੀਡੀਏਟ ਖਰਚਾ ਜਿਹੜਾ 20,000 ਕਰੋੜ ਰੁਪਈਆ, ਤੇ 20,000 ਕਰੋੜ ਰੁਪਈਆ ਮਿਲੂਗਾ ਕਿੱਥੋਂ? ਜੀ ਫਿਰ ਉਦੋਂ ਵੀ ਜਿਹੜਾ ਭਿਆਨਕ ਸੰਕਟ ਆ ਰਿਹਾ, ਉਹ ਭਿਆਨਕ ਸੰਕਟ ਆ ਰਿਹਾ ਕਣਕ ਦੀ ਫਸਲ ਆ ਗਈ। ਜੀ ਔਰ ਜਿਹੜੀ ਆਪਣੀ ਹੁੰਦੀ ਹੈ ਹੱਦ ਜਿਹੜੀ ਹੈ ਕੇਂਦਰ ਤੋਂ, ਆਪਦੇ ਕੋਲ ਤਾਂ ਆਪਣੇ ਕੋਲ ਪੈਸਾ ਹੈ ਨਹੀਂ ਜੀ, ਕੇਂਦਰੀ ਏਜੰਸੀਆਂ ਵਾਸਤੇ ਅਸੀਂ ਕਣਕ ਖਰੀਦਣੀ ਹੈ ਤੇ ਕੇਂਦਰੀ ਏਜੰਸੀਆਂ ਵਾਸਤੇ ਕਣਕ ਖਰੀਦਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਤੋਂ CL ਕੈਸ਼ ਕ੍ਰੈਡਿਟ ਜੀ ਲਿਮਿਟ, ਕੈਸ਼ ਕ੍ਰੈਡਿਟ ਲਿਮਿਟ ਕਹਿੰਦੇ ਇਹਨੂੰ, CCL ਕੁਛ ਉਹ ਇਹੋ ਜਿਹਾ ਉਹਦਾ ਨਾਂ ਹੈ, ਕੈਸ਼ ਕ੍ਰੈਡਿਟ ਲਿਮਿਟ ਹੈ ਉਹਦਾ ਪੂਰਾ ਨਾਂ। ਉਹਦੇ ਵਾਸਤੇ ਪੈਸਾ ਜਿਹੜਾ ਹੈਗਾ ਉਹ ਮਨਜ਼ੂਰ ਕਰਾਉਣਾ ਪੈਣਾ ਜੀ। ਤੇ ਉਹ ਹੁਣ ਪੈਸਾ ਕਿੱਥੋਂ ਆਊਗਾ, ਕਿੱਥੋਂ ਕਰਨਾ ਹੈ, ਇਹ ਮੇਰੇ ਤਾਂ ਸਮਝ ਨਹੀਂ ਆਉਂਦੀ। ਔਰ ਬਹੁਤ ਵੱਡਾ ਉਹ ਵੀ ਸੰਕਟ ਹੈ। ਅਫਸਰ ਜਿਹੜੇ ਹੈਗੇ ਹੈ, ਅਫਸਰਾਂ ਨੇ ਇਮਾਨਦਾਰ ਵੀ ਰਹਿਣਾ, ਇਮਾਨਦਾਰ ਜਿਹੜਾ ਦਿਖਾਉਣਾ ਆਪਣਾ ਅਕਸ ਵੀ ਦਿਖਾਉਣਾ ਹੈ। ਇਮਤਿਹਾਨ ਬਹੁਤ ਵੱਡਾ ਹੈ, ਪਰ ਆਪਾਂ ਨੂੰ ਉਮੀਦ ਕਰਨੀ ਚਾਹੀਦੀ ਹੈ ਨਵੀਂ ਸਰਕਾਰ ਨੂੰ ਟਾਈਮ ਵੀ ਦੇਣਾ ਚਾਹੀਦਾ ਜੀ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਜੀ ਸਰਕਾਰ ਨੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਠੀਕ ਹੈ, ਸਰਕਾਰ ਦੀਆਂ ਜਿਹੜੀਆਂ ਦੂਜੀਆਂ ਕਮੀਆਂ ਪੇਸ਼ੀਆਂ ਅਸੀਂ ਉਹਨਾਂ ਦੀ ਉਹਨੂੰ ਕ੍ਰਿਟੀਸਾਈਜ਼ ਵੀ ਕਰਦੇ ਹਾਂ। ਮਿਸਾਲ ਦੇ ਤੌਰ 'ਤੇ ਆਮ ਆਦਮੀ ਪਾਰਟੀ ਨੇ ਜਿਵੇਂ ਕੁਝ ਰਾਜ ਸਭਾ ਦੇ ਮੈਂਬਰ ਬਣਾਏ ਹੈ,
ਜੀ। ਉਹਨਾਂ ਦੇ ਵਿੱਚ ਇਹ ਠੀਕ ਹੈ ਕਿ ਰਾਜ ਸਭਾ ਦੇ ਮੈਂਬਰ ਭਾਰਤ ਦੇ ਵਿੱਚ ਕੋਈ ਵੀ ਕਿਤੇ ਬਣ ਸਕਦਾ, ਕਿਸੇ ਤੇ ਕੋਈ ਕਿੰਤੂ ਪਰੰਤੂ ਨਹੀਂ, ਲੇਕਿਨ ਪੰਜਾਬ ਹਿੱਤੂ ਹੋਣੀ ਚਾਹੀਦੀ ਹੈ। ਉਹਨਾਂ ਦਾ ਜਿਹੜਾ ਹੈਗਾ ਪੈਂਤੜਾ ਪੰਜਾਬ ਪੱਖੀ ਹੋਵੇ, ਅਸੀਂ ਸਾਰੇ ਜਿੰਨੇ ਵੀ ਪੰਜਾਬ ਦੇ ਵਸਨੀਕ ਆ ਉਹ ਆਸ ਕਰਦੇ। ਸੋ ਇਹ ਬੜੀਆਂ ਜਿਹੜੀਆਂ ਇਸ ਵੇਲੇ ਗੰਭੀਰ ਸਮੱਸਿਆਵਾਂ ਹੈ, ਜਿਹੜੀਆਂ ਗੰਭੀਰ ਸਮੱਸਿਆਵਾਂ ਦੀ ਮੌਜੂਦਗੀ ਦੇ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆਈ ਹੈ ਜੀ। ਆਪਾਂ ਨੂੰ ਟਾਈਮ ਦੇਣਾ ਚਾਹੀਦਾ, ਸਾਲ 6 ਮਹੀਨਿਆਂ ਦੇ ਵਿੱਚ ਆਪਣੀ ਪਰਫਾਰਮੈਂਸ ਦਿਖਾਉਣਗੇ। ਵੈਸੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਤੁਸੀਂ ਸਾਨੂੰ ਮੌਕਾ ਦਿਓ, ਤੁਹਾਡੇ ਜਿਹੜਾ ਇੱਕ ਮੌਕਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਉਹ ਮੰਗਿਆ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਹੈਗੇ ਆ ਮਾਫੀਆ ਰਾਜ ਦਾ ਖਾਤਮਾ ਕਰਕੇ ਜਿਹੜੀ ਉੱਥੋਂ ਪੈਸਾ ਆਊਗਾ ਉਹਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਭਰਪੂਰ ਕਰ ਦਿਆਂਗੇ ਜੀ। ਪਰ ਹੁਣ ਦੇਖਦੇ ਹਾਂ ਵੀ ਉਹ ਭਰਪੂਰ ਹੁੰਦੇ ਕਿ ਨਹੀਂ ਹੁੰਦਾ ਜੀ। ਸ਼ੁਰੂ 'ਚ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਸਾਹ ਫੁੱਲਣ ਲੱਗਾ, ਇਹ ਕਹਿਣਾ ਜੀ ਬੀਜੇਪੀ ਦਾ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਦੇਖੋ, ਕੱਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਸਮਾਂ ਦਿੱਤਾ ਸੀ ਸਾਡੇ ਮੁੱਖ ਮੰਤਰੀ ਜੀ ਨੂੰ, ਤੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਮਿਲਣ ਵਾਸਤੇ ਗਏ ਸੀ ਜੀ। ਇਹ ਜਿਹੜਾ ਸਮਾਂ ਦਿੱਤਾ ਸੀ, ਸਮਾਂ ਭਗਵੰਤ ਮਾਨ ਦੇ ਦਫ਼ਤਰ ਵੱਲੋਂ ਜਿਹੜੀ ਬੇਨਤੀ ਭੇਜੀ ਗਈ ਸੀ ਉਸ ਬੇਨਤੀ ਦੇ ਸੰਦਰਭ 'ਚ ਦਿੱਤਾ ਗਿਆ ਸੀ। ਔਰ ਜਿਸ ਦਿਨ ਭਗਵੰਤ ਮਾਨ ਸਾਹਿਬ ਨੇ ਸਹੁੰ ਚੁੱਕੀ ਹੈ ਉਸ ਦਿਨ ਹੀ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਕੰਗਰੈਜੂਲੇਟ ਕੀਤਾ ਸੀ, ਵਧਾਈ ਭੇਜੀ ਸੀ। ਅਤੇ ਉਹ ਸ਼ਿਸ਼ਟਾਚਾਰ ਦੇ ਨਾਤੇ ਕੱਲ੍ਹ ਮਿਲਣ ਵਾਸਤੇ ਗਏ ਸੀ। ਜਦੋਂ ਕੋਈ ਵੀ ਬੰਦਾ ਨਵਾਂ ਮੁੱਖ ਮੰਤਰੀ ਬਣਦਾ ਅਤੇ ਉਹ ਪ੍ਰਧਾਨ ਮੰਤਰੀ ਨੂੰ ਮਿਲਦਾ, ਜਾ ਕੇ ਗ੍ਰਹਿ ਮੰਤਰੀ ਨੂੰ ਮਿਲਦਾ, ਉਹਨਾਂ ਦੇ ਨਾਲ ਆਪਣੀ ਜਾਣ ਪਛਾਣ ਕਰਾਉਂਦਾ ਜੀ। ਵੈਸੇ ਮੇਰਾ ਮੰਨਣਾ ਹੈ ਕਿ ਭਗਵੰਤ ਸਿੰਘ ਮਾਨ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ, ਉਹ ਜਾਣ ਪਛਾਣ ਦੇ ਮੁਹਤਾਜ ਨਹੀਂ, ਕਿਉਂਕਿ ਇੱਕ ਤਾਂ ਉਹ ਸੈਲੀਬ੍ਰਿਟੀ ਹੈ, ਉਹ ਕਲਾ ਜਗਤ ਦੇ ਵਿੱਚੋਂ ਆਏ ਹੈ, ਸੱਭਿਆਚਾਰ 'ਚੋਂ ਆਏ ਹੈ, ਕਲਾਕਾਰ ਹੈ, ਇੱਕ ਕਮੇਡੀਅਨ ਹੈ, ਉਹਨਾਂ ਦਾ ਨਾਂ ਪਹਿਲਾਂ ਹੀ ਭਾਰਤ ਦੇ ਵਿੱਚ ਚੰਗਾ ਵਧੀਆ ਜਿਹੜਾ ਹੈਗਾ ਉਹ ਚੱਲ ਰਿਹਾ ਜੀ। ਦੂਜਾ, ਭਗਵੰਤ ਮਾਨ ਹੁਣੀ 2014 ਤੋਂ ਲਗਾਤਾਰ ਪਾਰਲੀਮੈਂਟ ਦੇ ਮੈਂਬਰ ਰਹੇ ਆ, ਹੁਣ ਪਿੱਛੇ ਅਸਤੀਫਾ ਉਹਨਾਂ ਨੇ ਦਿੱਤਾ ਹੈ ਜਦੋਂ ਵਿਧਾਨ ਸਭਾ ਲਈ ਚੁਣੇ ਗਏ ਸੀ। ਸੀ ਭਾਵੇਂ ਉਹ ਬੰਦਾ ਇਕੱਲੇ ਹੀ ਜੀ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ, ਲੇਕਿਨ ਜਿਸ ਢੰਗ ਦੇ ਨਾਲ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਜਿਵੇਂ ਉਹ ਹੁੰਦੀ ਸੀ, ਅਤੇ ਉਹ ਜਿਵੇਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਟਾਰਗੇਟ ਕਰਨ ਵਾਸਤੇ ਕਿੱਕਲੀ ਕਲੀਰ ਵਾਲੀ ਗੱਲ ਕਰਦਾ ਹੁੰਦਾ ਸੀ, ਕਿੱਕਲੀ ਪਾਉਂਦੇ ਹੁੰਦੇ ਸੀਗੇ ਲੋਕ ਸਭਾ ਦੇ ਵਿੱਚ, ਅਤੇ ਸਾਰੇ ਲੋਕਾਂ ਦੀ ਜਿਹੜੇ ਲੋਕ ਸਭਾ ਦੇ ਵਿੱਚ ਹਾਜ਼ਰ ਹੁੰਦੇ ਸੀ ਮੈਂਬਰ ਪਾਰਲੀਮੈਂਟ ਸਾਹਿਬਾਨ, ਅਤੇ ਉਹਨਾਂ ਦੀ ਅਟਰੈਕਸ਼ਨ ਦਾ ਕੇਂਦਰ ਹੁੰਦੇ ਸੀ ਜੀ। ਪ੍ਰਧਾਨ ਮੰਤਰੀ ਸਾਹਿਬ ਵੀ ਉਹਨਾਂ ਦੀ ਜਿਹੜੀ ਹੈ ਕਾਰਗੁਜ਼ਾਰੀ ਤੋਂ ਚੰਗੀ ਤਰ੍ਹਾਂ ਵਾਕਫ ਹੈ ਜੀ। ਇੱਕ ਵਾਰੀ ਜਦੋਂ 2014 ਦੇ ਵਿੱਚ ਇੱਥੇ ਜਿਮਨੀ ਚੋਣ ਹੋਈ ਸੀਗੀ ਤਲਵੰਡੀ ਸਾਬੋ ਦੀ, ਆਮ ਆਦਮੀ ਪਾਰਟੀ ਨੇ ਬੀਬੀ ਬਲਜਿੰਦਰ ਕੌਰ, ਪ੍ਰੋਫੈਸਰ ਬਲਜਿੰਦਰ ਕੌਰ ਨੂੰ ਦਿੱਤੀ ਹੋਈ ਸੀ ਟਿਕਟ ਜੀ, ਅਤੇ ਉਹਨਾਂ ਦੀ ਕੰਪੇਨ 'ਤੇ ਭਗਵੰਤ ਮਾਨ ਹੋਰੀ ਇੱਥੇ ਆਏ ਸੀ ਜੀ। ਆਪਣੇ ਪੱਤਰਕਾਰਾਂ ਦੀ ਇੱਕ ਟੀਮ ਉਹਨਾਂ ਨੂੰ ਫੋਲੋ ਕਰਦੀ ਉਹਨਾਂ ਦੇ ਨਾਲ ਹੈਗੀ, ਅਤੇ ਉਹ ਕਿਉਂਕਿ ਮੀਡੀਆ ਫਰੈਂਡਲੀ ਹੈਗੇ ਹੈ ਜੀ। ਹੁਣ ਭਾਵੇਂ ਜਿਹੜੀ ਪ੍ਰਵੇਲਿੰਗ ਸਿਚੁਏਸ਼ਨ ਦੇ ਵਿੱਚ ਜੋ ਉਹਨਾਂ ਦੀ ਪਾਰਟੀ ਦੀ ਜਿਵੇਂ ਹੈ ਕਿ ਇਸ ਵੇਲੇ ਸੰਕਟ ਬਹੁਤ ਵੱਡਾ ਹੈ, ਮੀਡੀਆ ਵਾਲੇ ਜਦੋਂ ਕੁਰੇਦਦੇ ਆ, ਗੱਲਾਂ ਕਰਦੇ ਕਰਦੇ ਕਈ ਗੱਲਾਂ ਹੋਰ ਅਖਵਾ ਲੈਂਦੇ ਆ, ਅਤੇ ਉਹ ਕਈ ਵਾਰੀ ਭਾਰੂ ਪੈ ਜਾਂਦੀਆਂ। ਵੈਸੇ ਭਗਵੰਤ ਸਿੰਘ ਮਾਨ ਇੰਨਾ ਕਾਬਲ ਹੈ ਕਿ ਜੇ ਮੀਡੀਆ ਫਸਾਉਣ ਦੀ ਕੋਸ਼ਿਸ਼ ਕਰੂਗਾ ਫਸੂਗਾ ਨਹੀਂ ਜੀ। ਫਿਰ ਵੀ ਖਬਰ ਲੱਗੀ ਹੈ ਕੱਲ੍ਹ ਦੇ ਅਖਬਾਰਾਂ ਦੇ ਵਿੱਚ, ਕਹਿੰਦੇ ਜੀ ਐਤਕੀ ਜਿਹੜਾ ਹੈਗਾ ਭਗਵੰਤ ਮਾਨ ਸਾਹਿਬ ਦਾ ਸਟੂਡੀਓ ਜਿਹੜਾ ਉਹ ਸੈਕਟਰੀਏਟ 'ਚ ਹੀ ਬਣਾ ਦਿੱਤਾ ਹੈ ਜੀ, ਕਿ ਜਿਹੜੀ ਉਹਨਾਂ ਨੇ ਗੱਲ ਕਹਿਣੀ ਹੋਇਆ ਕਰੂਗੀ ਉੱਥੇ ਹੀ ਉਹ ਆ ਕੇ ਆਪਣਾ ਬੋਲਦਿਆ ਕਰਨਗੇ, ਉਹਦੀ ਵੀਡੀਓ ਅਤੇ ਆਡੀਓ ਬਣਾ ਕੇ ਭੇਜ ਦਿਆ ਕਰਨਗੇ ਅਖਬਾਰਾਂ ਵਾਲਿਆਂ ਨੂੰ, TV ਵਾਲਿਆਂ ਨੂੰ, ਅਤੇ ਉਹਨੂੰ ਇਸਤੇਮਾਲ ਕਰ ਲਿਆ ਕਰਨਗੇ। ਸਿੱਧੇ ਸਵਾਲ ਨਹੀਂ ਜੀ, ਸਿੱਧੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰਨਗੇ। ਔਰ ਜਦੋਂ ਅਸੀਂ ਸਿੱਧੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਦੀ ਗੱਲ ਕਰਦੇ ਹਾਂ ਤਾਂ ਸਾਡੇ ਲੀਡਰ ਅੱਜ ਕੱਲ੍ਹ ਸਾਰੇ ਹੀ ਇਸ ਰਾਹ 'ਤੇ ਪਏ ਹੋਏ ਹੈ ਜੀ। ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਨਰਿੰਦਰ ਮੋਦੀ, ਇਹਨਾਂ ਨੇ ਵੀ ਕਦੇ ਸਿੱਧੀ ਇੰਟਰਵਿਊ ਨਹੀਂ ਦਿੱਤੀ ਕਿਸੇ ਪੱਤਰਕਾਰ ਨੂੰ ਜੀ। ਰਵੀਸ਼ ਕੁਮਾਰ NDTV ਵਾਲੇ ਬਹੁਤ ਸਤਿਕਾਰਤ ਤੇ ਜਿਹੜੇ ਹੈਗੇ ਬੜੇ ਨਾਮਵਰ ਪੱਤਰਕਾਰ ਹੈ, ਉਹਨਾਂ ਨੇ ਕਈ ਵਾਰੀ ਆਉਣੇ ਆਰੇ ਚੈਲੰਜ ਦਿੱਤਾ ਕਿ ਜੀ ਕਿਰਪਾ ਕਰਕੇ ਮੈਨੂੰ ਮੌਕਾ ਦਿਓ ਪ੍ਰਧਾਨ ਮੰਤਰੀ ਸਾਹਿਬ, ਮੈਂ ਅਦਬ ਨਾਲ ਤੁਹਾਡੀ ਇੰਟਰਵਿਊ ਕਰਨਾ ਚਾਹੁੰਦਾ, ਲੇਕਿਨ ਉਹਨਾਂ ਨੇ ਨਹੀਂ ਦਿੱਤਾ ਜੀ। ਜ਼ਿਆਦਾਤਰ ਉਹ ANI ਖਬਰ ਏਜੰਸੀ ਹੈ ਉਹਦੇ 'ਤੇ ਆਪਣੀ ਗੱਲ ਕਹਿੰਦੇ ਹੈ। ਔਰ ਇੱਕ ਵਾਰੀ ਉਹਨਾਂ ਨੇ ਅਕਸ਼ੇ ਕੁਮਾਰ ਨਾਲ ਵੀ ਫਿਲਮੀ ਕਲਾਕਾਰ ਨੂੰ ਇੰਟਰਵਿਊ ਦੇ ਦਿੱਤੀ ਸੀ, ਇਸ ਵਗੈਰਾ ਦੀ ਗੱਲ ਕਰਦੇ। ਇਹੀ ਕੁਛ ਕੇਜਰੀਵਾਲ ਸਾਹਿਬ ਦਾ ਹੈ। ਕੇਜਰੀਵਾਲ ਸਾਹਿਬ ਵੀ ਮੀਡੀਆ ਤੋਂ ਬਚਦੇ ਆ, ਸ਼ੁਰੂ ਦੇ ਵਿੱਚ ਉਹ ਵੀ ਬੜੇ ਮੀਡੀਆ ਫਰੈਂਡਲੀ ਸੀ, ਲੇਕਿਨ ਬਾਅਦ ਦੇ ਵਿੱਚ ਜਦੋਂ ਕਈ ਗੱਲਾਂ ਹੋ ਗਈਆਂ 2017 ਵੇਲੇ ਦੀ, ਜਿਹੜੇ ਉਹਨਾਂ ਨੂੰ ਸਵਾਲ ਕੀਤੇ ਸੀ ਪੰਜਾਬ ਦੇ ਵਿੱਚ, ਉਹਦੇ 'ਚ ਉਹ ਫਸ ਗਏ ਸੀ। ਪੰਜਾਬ ਦੇ ਪਾਣੀਆਂ ਬਾਰੇ ਜੋ ਗੱਲ ਕੀਤੀ ਸੀ, ਅਤੇ ਉਹਨਾਂ ਨੇ ਕਹਿੰਦਾ ਪਾਣੀ ਤਾਂ ਸਾਰੇ ਦੇਸ਼ ਦੇ ਸਾਰੇ ਰਾਜਾਂ ਦਾ ਸਾਂਝਾ ਹੁੰਦਾ ਹੈ, ਉਹਦੇ 'ਚ ਵੀ ਉਹ ਫਸ ਗਏ ਸੀ। ਔਰ ਇੱਕ ਵਾਰੀ ਮਨੀਸ਼ ਸਿਸੋਦੀਆ ਸਾਹਿਬ ਨੂੰ ਵੀ ਪੁੱਛ ਲਿਆ ਸੀ ਕਿ ਚਿਹਰਾ ਕੌਣ ਹੋਊਗਾ, ਅਤੇ ਉਹ ਕਹਿੰਦੇ ਕੇਜਰੀਵਾਲ ਹੀ ਹੈ ਚਿਹਰਾ ਜੀ। ਇਹ ਗੱਲ ਵੀ 2017 ਦੇ ਵਿੱਚ ਹੋ ਗਈ ਸੀ, ਅਤੇ ਉਹਦਾ ਨੁਕਸਾਨ ਹੋਇਆ ਸੀ। ਸੋ ਬੰਦਾ ਤਜਰਬੇ 'ਚੋਂ ਸਿੱਖਦਾ ਹੈ। ਉਹਨਾਂ ਨੇ ਸਿੱਖ ਲਿਆ ਕਿ ਮੀਡੀਆ ਨਾਲ ਸਿੱਧੀ ਗੱਲਾਂ ਕਰੋ, ਅਤੇ ਉਹ ਵੀ ANI ਨਾਲ ਹੀ ਗੱਲ ਕਰਦੇ ਹੈ। ਇੱਥੇ ਪੰਜਾਬ 'ਚ ਦੌਰੇ ਕਰਦੇ ਰਹੇ, ਕੰਪੇਨ 'ਤੇ ਆਉਂਦੇ ਰਹੇ, ਮੀਡੀਆ ਨੂੰ ਸਿੱਧੇ ਨਹੀਂ ਮਿਲਦੇ ਸੀ। ਉਹ ਕਹਿੰਦੇ ਸੀ ਜੀ ANI ਵਾਲਿਆਂ ਨੇ ਕਰ ਲਿਆ, ਤੁਸੀਂ ਉਹ ਚੱਕ ਲਓ, ਵੈਬਸਾਈਟ 'ਤੇ ਪਾਇਆ ਹੋਇਆ, ਔਰ ਖਬਰਾਂ ਤੁਸੀਂ ਉਹਦੇ ਢੰਗ ਨਾਲ ਬਣਾ ਦਿਓ ਜੀ। ਸੋ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਹੈ, ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਉਹ ਬਚ ਕੇ ਰਹਿੰਦੇ ਆ, ਸਾਰਾ ਕੁਛ ਰਹਿੰਦੇ ਆ। ਅਤੇ ਕੱਲ੍ਹ ਜਦੋਂ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ,
ਮਿਲ ਕੇ ਬਾਹਰ ਆਏ। ਬਾਹਰ ਆ ਕੇ ਵੀ ਉਹਨਾਂ ਨੇ ਮੀਡੀਆ ਦੇ ਸਵਾਲਾਂ ਦਾ ਬਹੁਤਾ ਜਵਾਬ ਨਹੀਂ ਤਾਂ ਆਪਦੀ ਗੱਲ ਕਹੀ ਤੇ ਚੁੱਪ ਕਰਕੇ ਆ ਗਏ। ਉਹਨਾਂ ਨੇ ਕਿਹਾ ਜੀ ਪੰਜਾਬ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਪੱਠਾ ਬਹਾਤਾ ਤੇ ਸਾਡੇ ਕੋਲ ਜਿਹੜਾ ਇਸ ਵੇਲੇ ਕੁਛ ਵੀ ਨਹੀਂ, ਸਾਨੂੰ ਘੱਟੋ ਘੱਟ 50 ਕਰੋੜ ਰੁਪਈਆ 50 ਕਰੋੜ ਰੁਪਈਆ 50,000 ਕਰੋੜ 50,000 ਕਰੋੜ ਰੁਪਈਆ 50,000 ਕਰੋੜ ਰੁਪਈਆ ਤੁਸੀਂ ਮਤਲਬ ਜਿਹੜਾ ਹੈਗਾ 1 ਸਾਲ ਦਾ ਦਿਓ ਐਤਕੀ ਦਾ ਤੇ 50,000 ਕਰੋੜ ਦਿਓ ਅਗਲੇ ਸਾਲ। 1 ਲੱਖ ਕਰੋੜ ਰੁਪਈਏ ਦਾ ਸਾਨੂੰ ਕੰਪਨਸੇਸ਼ਨ ਦਿਓ, ਸਾਨੂੰ ਮੁਆਵਜ਼ਾ ਦਿਓ ਜਾਂ ਪੈਕੇਜ ਦਿਓ ਜੀ। ਇਹ ਪੈਕੇਜ ਦਿਓਗੇ ਤੁਸੀਂ ਸਾਨੂੰ ਤਾਂ ਇਹਦੇ ਨਾਲ ਅਸੀਂ ਆਪਣੇ ਪੈਰਾਂ ਸਿਰ ਖੜੇ ਹੋਵਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਪੋਜੀਸ਼ਨ ਸੰਭਾਲ ਲਾਂਗੇ, ਅਸੀਂ ਰੋਕਾਂਗੇ। ਇਹਦੇ ਤੇ ਵੱਖ-ਵੱਖ ਪਾਰਟੀਆਂ ਦਾ ਪ੍ਰਤੀਕਰਮ ਹੈ। ਕਾਂਗਰਸ ਪਾਰਟੀ ਨੇ ਪੁੱਛਿਆ, ਕਹਿੰਦੇ ਜੀ ਦੱਸੋ, ਤੁਸੀਂ ਤਾਂ ਕਹਿੰਦੇ ਸੀ ਅਸੀਂ ਸਾਰਾ ਕੁਝ ਕਰ ਦਿਆਂਗੇ, ਸਾਨੂੰ ਸਮਾਂ ਦੇ ਦਿਓ, ਮੌਕਾ ਦਿਓ ਤੇ ਸਾਰਾ ਅਸੀਂ ਮਾਫੀਆ ਰਾਜ ਖਤਮ ਕਰ ਦਿਆਂਗੇ। ਅਕਾਲੀ ਦਲ ਨੇ ਚੰਗੀ ਗੱਲ ਕੀਤੀ ਹੈ ਜੀ। ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ, ਪੰਜਾਬ ਦਾ ਗੌਰਵ, ਪੰਜਾਬ ਵੱਲੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਪਾਏ ਗਏ ਯੋਗਦਾਨ, ਦੇਸ਼ ਦੀ ਸੁਰੱਖਿਆ ਦੇ ਵਿੱਚ ਪਾਏ ਗਏ ਯੋਗਦਾਨ ਦੀ ਵਜ੍ਹਾ ਕਾਰਨ ਪੰਜਾਬ ਹੱਕਦਾਰ ਹੈ ਕੇਂਦਰ ਦੀ ਮਦਦ ਦਾ ਜੀ। ਔਰ ਪ੍ਰੇਮ ਸਿੰਘ ਚੰਦੂ ਮਾਜਰਾ ਬੜੇ ਸਿਆਣੇ ਬੰਦੇ ਆ, ਉਹਨਾਂ ਨੇ ਕਿਹਾ ਕੱਲ੍ਹ, ਉਹਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ 1 ਲੱਖ ਕਰੋੜ ਰੁਪਈਏ ਦੀ ਮੰਗ ਕੀਤੀ ਹੈ, ਜਾਇਜ਼ ਮੰਗ ਹੈ ਔਰ ਪ੍ਰਧਾਨ ਮੰਤਰੀ ਨੂੰ ਇਹਦੀ ਪੂਰਤੀ ਕਰਨੀ ਚਾਹੀਦੀ ਹੈ ਜੀ। ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਵੱਖਰੀ ਹੈ। ਭਾਰਤੀ ਜਨਤਾ ਪਾਰਟੀ ਦੇ ਸਟੇਟ ਦੇ ਜਨਰਲ ਸੈਕਟਰੀ ਮੇਰੇ ਖਿਆਲ ਮਿਸਟਰ ਸੁਭਾਸ਼ ਸ਼ਰਮਾ, ਉਹਨਾਂ ਦਾ ਨਾਂ ਕੁਛ ਇਹੋ ਜਿਹਾ ਹੈ, ਉਹਨਾਂ ਨੇ ਕਿਹਾ ਜੀ ਕਹਿੰਦੇ ਭਗਵੰਤ ਸਿੰਘ ਮਾਨ ਦਾ ਤਾਂ ਸ਼ੁਰੂ 'ਚ ਹੀ ਕਹਿੰਦੇ ਸਾਹ ਫੁੱਲ ਗਿਆ। ਆਮ ਤੌਰ 'ਤੇ ਜਦੋਂ ਆਪਾਂ ਭੱਜਦੇ ਹੁੰਦੇ ਹਾਂ, ਭੱਜਣ ਵੇਲੇ ਜਿਹੜੇ ਤਾਂ ਜਿਨ੍ਹਾਂ ਦੀ ਲਗਾਤਾਰ ਪ੍ਰੈਕਟਿਸ ਹੁੰਦੀ ਹੈ, ਉਹ ਲਗਾਤਾਰ ਪ੍ਰੈਕਟਿਸ ਵਾਲਿਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਮੇਰੇ ਵਰਗਾ ਜਿਹੜਾ ਕਦੇ ਕਦੇ ਹੀ ਭੱਜਣ ਵਾਲਾ ਹੁੰਦਾ, ਉਹ 10 ਕਰਮਾਂ ਜਾ ਕੇ ਉਹਦਾ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਜੀ। ਤੇ ਉਹ ਸਾਹ ਕਹਿੰਦੇ ਫੁੱਲਣਾ ਕਹਿੰਦੇ ਜੀ ਤਾਂ ਸ਼ੁਰੂ 'ਚ ਹੀ ਸਾਹ ਫੁੱਲਣਾ ਸ਼ੁਰੂ ਹੋ ਗਿਆ। ਇਹ ਠੀਕ ਹੈ ਗੱਲ ਉਹਨਾਂ ਦੀ ਗੱਲ ਕਿ ਜਦੋਂ ਬੰਦਾ ਆਪੋਜੀਸ਼ਨ ਦੇ ਵਿੱਚ ਹੁੰਦਾ ਉਦੋਂ ਉਹਦੇ ਕੋਲੇ ਬਹੁਤ ਹੁੰਦਾ ਜੀ, ਉਹ ਤਾਰੇ ਚੰਦ ਤੋੜ ਕੇ ਲਿਆ ਕੇ ਕਹਿੰਦੇ ਜੀ ਅਸੀਂ ਆਹ ਦੇ ਦਿਆਂਗੇ, ਸਾਨੂੰ ਕਿਹੜਾ ਰਾਜ ਭਾਗ 'ਚ ਬਹਾ ਦਿਓ। ਪਰ ਜਦੋਂ ਬੰਦਾ ਰਾਜ ਭਾਗ ਦੇ ਉੱਤੇ ਬਹਿੰਦਾ ਆ ਕੇ ਆਪਦਾ ਬਹੀਲ ਖਾਤਾ ਖੋਲ ਕੇ ਦੇਖਦਾ ਤੇ ਦੇਖਦਾ ਕਿ ਸਿਵਾਏ ਇੱਥੇ ਭਾਂ ਤੋਂ ਹੋਰ ਕੁਝ ਵੀ ਨਹੀਂ ਹੈ ਜੀ। ਖਜ਼ਾਨਾ ਖਾਲੀ, ਕਹਿੰਦੇ ਜੀ ਖਜ਼ਾਨਾ ਖਾਲੀ ਹੈ। ਉਹ ਤਾਂ ਭਗਵੰਤ ਮਾਨ ਸਾਹਿਬ ਦੇ ਪੁਰਾਣੇ ਮਿੱਤਰ ਹੈ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਪਾਰਟੀ ਵੀ ਬਣਾਈ ਸੀ, ਪੀਪਲਜ਼ ਪਾਰਟੀ ਆਫ ਪੰਜਾਬ ਜੀ। ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਖਟਕੜ ਕਲਾਂ ਦੀ ਧਰਤੀ ਤੋਂ ਮਿੱਟੀ ਚੁੱਕ ਕੇ ਵੀ ਮੱਥੇ ਨੂੰ ਲਾਈ ਸੀ ਜੀ। ਅੱਜ ਵੀ ਕਹਿੰਦੇ ਮੋਹ ਤਾਂ ਹੈਗਾ ਭਗਵੰਤ ਸਿੰਘ ਮਾਨ ਦਾ। ਮੈਨੂੰ ਤਾਂ ਇੰਨਾ ਵੀ ਪਤਾ ਲੱਗਿਆ, ਪਤਾ ਕੀ ਲੱਗਿਆ, ਮੈਂ ਚਸ਼ਮਦੀਦ ਸੀ, ਅਸੀਂ ਫੋਲੋ ਕਰਦੇ ਆਉਂਦੇ ਸੀ ਭਗਵੰਤ ਸਿੰਘ ਮਾਨ ਨੂੰ। ਜਦੋਂ ਭਗਵੰਤ ਸਿੰਘ ਮਾਨ ਬਠਿੰਡੇ ਆਏ ਹੈ ਜੀ, ਬਠਿੰਡੇ ਆ ਕੇ ਵੀ ਭਗਵੰਤ ਸਿੰਘ ਮਾਨ ਨੇ ਇਹ ਕਹਿਤਾ, ਕਹਿੰਦੇ ਜੀ ਮੈਂ ਤਾਂ ਕਿਸੇ ਟੀਵੀ ਚੈਨਲ ਦੇ ਨਾਲ ਇੰਟਰਵਿਊ ਕਰਨੀ ਹੈ, ਮੈਂ ਹੁਣ ਆ ਗਿਆ, ਲੇਟ ਹੋ ਗਿਆ ਸੀ, ਮੈਂ ਬੋਲ ਨਹੀਂ ਸਕਦਾ। ਰੋਡ ਸ਼ੋਅ ਕੱਢਿਆ ਸਿਰਫ ਬਾਹਰ ਤੱਕ, ਤਲਵੰਡੀ ਵਾਲੇ ਪਾਸਿਓਂ ਆਏ, ਬਾਹਰ ਤੱਕ ਆਏ ਤੇ ਉਸ ਤੋਂ ਬਾਅਦ ਆਪਦੀ ਗੱਡੀ 'ਚ ਬੈਠੇ ਤੇ ਸਿੱਧੇ ਆਪਦੇ ਟਿਕਾਣੇ ਤੇ ਚਲੇ ਗਏ ਜੀ। ਲੇਕਿਨ ਜਿਹੜੀ ਰੈਲੀ ਰੱਖੀ ਹੋਈ ਸੀ ਜਗਰੂਪ ਸਿੰਘ ਗਿੱਲ ਦੇ ਹੱਕ ਵਿੱਚ, ਉਸ ਰੈਲੀ ਨੂੰ ਐਡਰੈਸ ਨਹੀਂ ਸੀ ਕੀਤਾ ਜੀ। ਉਦੋਂ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕੀਤਾ ਸੀ ਕਿ ਜਿਹੜੀ ਰੈਲੀ ਨਹੀਂ ਨਾ ਕੀਤੀ, ਇਹ ਅਸਲ ਦੇ ਵਿੱਚ ਪੁਰਾਣੀ ਯਾਰੀ ਹੈ ਜੀ। ਜਿਹੜੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ, ਤੇ ਯਾਰੀ ਨੂੰ ਆ ਗਏ ਭਗਵੰਤ ਸਿੰਘ ਮਾਨ ਜੀ। ਅਕਾਲੀ ਦਲ ਦੇ ਕੁਝ ਲੀਡਰ ਵੀ ਮਿਲੇ ਸੀ, ਉਹਨਾਂ ਨੇ ਵੀ ਕਿਹਾ ਜੀ ਬੰਦਾ ਤਾਂ ਸਾਡਾ ਹੀ ਹੈ, ਮਨਪ੍ਰੀਤ ਸਿੰਘ ਬਾਦਲ ਪਰਿਵਾਰ ਦਾ ਮੈਂਬਰ ਹੈ ਤੇ ਅਸੀਂ ਤਾਂ ਉਹਦੇ ਖਿਲਾਫ ਜਾਣਾ ਹੀ ਜਾਣਾ। ਕਿ ਇਹ ਅਕਾਲੀ ਦਲ ਵਾਲੇ ਕਹਿੰਦੇ ਸੀ ਜੀ, ਸਾਨੂੰ ਤਾਂ ਕਹਿੰਦੇ ਹਦਾਇਤਾਂ ਹੋ ਗਈਆਂ, ਪਰ ਕਹਿੰਦੇ ਵੀ ਆ ਭਗਵੰਤ ਸਿੰਘ ਮਾਨ ਤਾਂ ਉਹਦੀ ਉਲਟ ਪਾਰਟੀ ਦਾ ਜਿਹਨੇ ਮੁੱਖ ਮੰਤਰੀ ਬਣਨਾ ਤੇ ਆਪਣੇ ਕੈਂਡੀਡੇਟ ਦੇ ਹੱਕ ਵਿੱਚ ਉਹ ਵੀ ਨਹੀਂ ਬੋਲ ਕੇ ਗਿਆ। ਇਹ ਗੱਲਾਂ ਉਦੋਂ ਹੁੰਦੀਆਂ ਰਹੀਆਂ। ਖੈਰ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਨਵੀਂ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਇੰਨੀ ਗੱਲ ਨਹੀਂ ਕਹਿਣੀ ਚਾਹੀਦੀ ਕਿ ਸਾਹ ਫੁੱਲ ਗਿਆ ਬੰਦੇ ਨੂੰ। ਯਾਰ ਅਜੇ ਤੱਕ ਖੇਡਣ ਤੁਸੀਂ ਮੈਦਾਨ ਦੇ ਵਿੱਚ ਆਇਆ, ਅਜੇ ਤੱਕ ਤਾਂ ਵਿਚਾਰਾ ਉਹ ਬਾਰਮਾਪੀ ਹੋ ਰਿਹਾ ਹੈ ਜੀ, ਕਿਉਂਕਿ ਨਵਾਂ ਇਹ ਅਫਸਰ ਨਹੀਂ ਲਾਏ, ਸਾਰਾ ਕੁਛ ਨਹੀਂ ਲਾਏ, ਲੇਕਿਨ ਜੋ ਉਹਨਾਂ ਦੇ ਸਾਹਮਣੇ ਜੋ ਪਿਕਚਰ ਆਈ ਹੈ ਜੀ ਕਿ ਜੀ ਖਜ਼ਾਨੇ ਦੀ ਹਾਲਤ ਕੀ ਹੈ, ਉਹ ਤਾਂ ਖਜ਼ਾਨਾ ਕਰ ਹੀ ਗਏ ਸੀ ਮਿੱਤਰ ਜੀ ਉਹਨਾਂ ਦੇ, ਜਿਹੜੇ ਆਪਾਂ ਕਹਿੰਦੇ ਹਾਲਤ ਮਾੜੀ ਹੈ ਖਜ਼ਾਨੇ ਦੀ। ਖੈਰ ਕੁੱਲ ਮਿਲਾ ਕੇ ਜੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਕੋਈ ਬਾਹਰੋਂ ਤਾਂ ਪਾਕਿਸਤਾਨ ਤੋਂ ਤਾਂ ਮੰਗਣ ਨਹੀਂ ਗਏ ਜੀ, ਉਹ ਕਹਿੰਦੇ ਜੀ ਮੰਗਣ ਗਏ, ਮੰਗਣਾ ਹੀ ਹੈ, ਕਿਉਂਕਿ ਜੇ ਅਸੀਂ ਮੰਗਣ ਦੀ ਲੋੜ ਕਿਉਂ ਪੈਂਦੀ ਹੈ ਜੀ, ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਆਪਣੀ ਸਟੇਟ ਦੇ ਲਈ ਕੇਂਦਰ ਦੀ ਮਦਦ ਕਿਉਂ ਮੰਗਣੀ ਪੈਂਦੀ ਹੈ? ਉਹਦਾ ਕਾਰਨ ਹੈ ਕਿ ਜਿਹੜਾ ਭਾਰਤ ਸੰਵਿਧਾਨ ਦੇ ਮੁਤਾਬਕ ਇੱਕ ਫੈਡਰਲ ਦੇਸ਼ ਹੈ ਜੀ, ਲੇਕਿਨ ਅਸਲ ਦੇ ਵਿੱਚ ਫੈਡਰਲ ਹੈ ਨਹੀਂ। ਸਾਰੀਆਂ ਪਾਵਰਾਂ ਕੇਂਦਰ ਸਰਕਾਰ ਨੇ, ਚਾਹੇ ਉਹ ਕਾਂਗਰਸੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਹੋਵੇ, ਉਹ ਆਪਣੇ ਕੋਲੇ ਕੇਂਦਰਿਤ ਕੀਤੀਆਂ। ਈਵਨ ਮੇਰਾ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਸਾਰੀਆਂ ਪਾਵਰਾਂ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਕੇਂਦਰਿਤ ਕੀਤੀਆਂ ਹੋਈਆਂ ਜੀ। ਹੁਣ ਤੁਸੀਂ ਦੇਖੋ ਕਿ ਜਦੋਂ MLA ਦੀ ਕਲਾਸ ਲਾਈ ਹੈ ਕੇਜਰੀਵਾਲ ਸਾਹਿਬ ਨੇ, ਤੇ ਉਹ ਮਤਲਬ ਇੱਕ ਆਗੂ ਦੀ ਬਜਾਏ ਉਹ ਇਸ ਤਰ੍ਹਾਂ ਬੋਲਦੇ ਸੀ ਜਿਵੇਂ ਕੋਈ ਬਿਊਰੋਕਰੇਟ ਬੋਲਦਾ ਹੋਵੇ, ਥਾਣੇਦਾਰ ਬੋਲਦਾ ਹੋਵੇ ਕਿ ਜੇ ਤੁਸੀਂ ਆਹ ਕੀਤਾ ਤੁਸੀਂ ਕਿਸੇ ਦੀ ਸਿਫਾਰਿਸ਼ ਨਹੀਂ ਕਰ ਸਕਦੇ ਜੀ। MLA ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ, ਉਹਨਾਂ ਨੇ ਦੇਖਣਾ ਕਿ ਮੇਰੇ ਹਲਕੇ ਦੇ ਵਿੱਚ ਕੌਣ ਬੰਦਾ ਚੰਗੀ ਸਰਵਿਸ ਕਰ ਸਕਦਾ। ਜੇ ਕਰ ਵੀ ਦਿਓ ਕਿਸੇ ਦੀ ਸਿਫਾਰਿਸ਼ ਜੀ ਤਾਂ ਇਹ ਮੰਨਣਾ ਨਾ ਮੰਨਣਾ ਮੁੱਖ ਮੰਤਰੀ ਦਾ ਕੰਮ ਹੈ, ਪਰ ਉਹਨੂੰ ਰੋਕਣਾ ਕਿ ਤੂੰ ਆਹ ਵੀ ਨਹੀਂ ਕਰ ਸਕਦਾ, ਆਹ ਵੀ ਨਹੀਂ ਕਰ ਸਕਦਾ,
ਉਹ ਮਤਲਬ ਇਹ ਕੇਂਦਰੀ ਪਾਰਟੀਆਂ ਜਿਹੜੀਆਂ ਹੁੰਦੀਆਂ, ਕੇਂਦਰੀ ਪਾਰਟੀਆਂ ਉਹ ਸੈਂਟਰਲਾਈਜ਼ ਵਾਲੇ ਪਾਸੇ ਨੂੰ ਚੱਲਦੀਆਂ ਸਾਰਾ ਕੁਝ ਜੀ। ਭਾਰਤ ਇੱਕ ਫੈਡਰਲ ਦੇਸ਼ ਹੈ। ਫੈਡਰਲ ਦੇਸ਼ ਦੇ ਮੁਤਾਬਕ ਜੇ ਤੁਸੀਂ ਸੂਬਿਆਂ ਦੇ ਕੋਲੇ ਵੱਧ ਅਧਿਕਾਰ ਹੋਣਗੇ ਤੇ ਆਪਣੇ ਵੱਧ ਅਧਿਕਾਰਾਂ ਦੀ ਵਰਤੋਂ ਉਹ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਸਤੇ ਕਰਨਗੇ। ਹੁਣ GST ਦਾ ਸਾਰਾ ਕੰਟਰੋਲ ਤਾਂ ਕੇਂਦਰ ਦੇ ਕੋਲੇ ਜੀ, ਔਰ ਉਹ ਆਪਾਂ ਨੂੰ ਪਤਾ ਹੀ ਹੈ। ਸੋ ਇਹ ਇਲਜ਼ਾਮ ਲਾਉਣਾ ਕਿ ਜੀ ਇਹ ਤਾਂ ਹੁਣੀ ਸਾਹ ਫੁੱਲ ਗਿਆ, ਇਹ ਗੱਲ ਕਹਿਣੀ ਗਲਤ ਹੈ। ਪਰ ਹਾਂ, ਜਿਹੜੇ ਚੰਦ ਤਾਰੇ ਤੋੜ ਕੇ ਪਹਿਲਾਂ ਦਿਖਾਉਣ ਵਾਲੀ ਗੱਲ ਸੀ, ਗਲਤੀ ਇਹਨਾਂ ਨੇ ਵੀ ਕੀਤੀ ਹੈ। ਜੀ, ਵਾਅਦੇ ਉਹ ਕਰਨੇ ਚਾਹੀਦੇ ਜਿਹੜੇ ਪੂਰੇ ਹੋਣ। ਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਚਾਹੇ ਗਰੰਟੀਆਂ ਹੋਣ, ਚਾਹੇ ਮੈਨੀਫੈਸਟੋ ਹੋਵੇ, ਚਾਹੇ ਤਕਰੀਰਾਂ ਰਾਹੀਂ ਕੀਤੇ ਹੋਏ ਵਾਅਦੇ ਹੈ, ਇਹ ਕਾਨੂੰਨੀ ਇਹਨਾਂ ਨੂੰ ਦਰਜਾ ਮਿਲਣਾ ਚਾਹੀਦਾ, ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ, ਤਾਂ ਕਿ ਨਾਲ ਦੀ ਨਾਲ ਹੀ ਫਿਰ ਬੰਦੇ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ। ਜਿਹੜੀ ਪਾਰਟੀ ਇਸ ਤਰ੍ਹਾਂ ਦੇ ਦਾਅਵੇ ਕਰਦੀ ਹੈ ਤੇ ਉਹਨਾਂ ਦੀ ਪੂਰਤੀ ਨਹੀਂ ਕਰ ਸਕਦੀ, ਉਸ ਪਾਰਟੀ ਦੀ ਮਾਨਤਾ ਖਤਮ ਹੋਣੀ ਚਾਹੀਦੀ ਹੈ ਔਰ ਉਹ ਪਾਰਟੀ ਦੁਬਾਰਾ ਇਲੈਕਸ਼ਨ ਨਾ ਲੜ ਸਕੇ। ਇਹ ਪ੍ਰਬੰਧ ਕਰਨਾ ਚਾਹੀਦਾ, ਤਾਂ ਅਸੀਂ ਲੋਕਾਂ ਦੇ ਨਾਲ ਠੀਕ ਉਹ ਜਿਹੜੇ ਹੈ ਪ੍ਰੋਮਿਸਸ, ਉਹ ਵਾਅਦੇ ਕਰਾਂਗੇ ਜਿਨ੍ਹਾਂ ਦੀ ਪੂਰਤੀ ਹੋ ਸਕਦੀ ਹੋਵੇ। ਜੀ ਜੀ। ਬੇਅਦਬੀ ਕਾਂਡ ਅੱਜ ਕੱਲ੍ਹ ਫੇਰ ਚਰਚਾ 'ਚ ਹੈ ਜੀ। ਡੇਰਾ ਸੱਚਾ ਸੌਦੇ ਮੁਖੀ ਨੂੰ, ਰਾਮ ਰਹੀਮ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਤੇ ਅਦਾਲਤ ਵੱਲੋਂ 4 ਮਈ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਹਾਜ਼ਰ ਕਰਵਾਉਣ ਦੀ ਹਦਾਇਤ ਵੀ ਹੈ ਜੀ। ਕੀ ਹੈ ਜੀ ਪੂਰਾ ਮਾਮਲਾ? ਮੇਰੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਅੱਜ ਕਹਿਣਾ ਕਿ ਉਹ ਨਾਮਜ਼ਦ ਹੋ ਗਿਆ, ਨਾਮਜ਼ਦ ਤਾਂ ਪਹਿਲਾਂ ਹੋ ਗਿਆ ਸੀ ਜੀ। ਨਾਮਜ਼ਦ ਤਾਂ ਉਸ ਵੇਲੇ ਹੋ ਗਿਆ ਸੀ ਜਦੋਂ ਉਹਨੂੰ ਇਨਵੈਸਟੀਗੇਟ ਕਰਨ ਵਾਸਤੇ ਉਹ ਜਾ ਰਹੇ ਆ, ਉਦੋਂ ਬਾਅਦ ਨਾਮਜ਼ਦ ਕਰਤਾ ਸੀ ਜੀ। ਉਹ ਇਹ ਕਿਹੜੇ ਕੇਸ ਦੇ ਵਿੱਚ ਕੀਤਾ? ਇਹ ਬੇਅਦਬੀ ਵਾਲੇ ਕੇਸ ਦੇ ਵਿੱਚ ਕੀਤਾ, ਜਦੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਜੀ। ਫਿਰ ਉਸ ਬੀੜ ਨੂੰ ਜਿਹੜਾ ਹੈਗਾ ਛੁਪਾ ਕੇ ਰੱਖਿਆ ਜਾਂਦਾ ਹੈ। ਬਾਅਦ ਦੇ ਵਿੱਚ ਬੀੜ ਸਾਹਿਬ ਦੇ ਜਿਹੜੇ ਹੈਗੇ ਅੰਗ, ਉਹਨਾਂ ਨੂੰ ਫਾੜਿਆ ਜਾਂਦਾ ਹੈ, ਉਹਨਾਂ ਨੂੰ ਜਿਹੜਾ ਤੁਹਾਡਾ ਗਲੀਆਂ ਦੇ ਵਿੱਚ ਸੁੱਟਿਆ ਜਾਂਦਾ ਹੈ। ਇਹ ਸਾਰਾ ਕੇਸ ਹੈ ਜਿਹੜਾ, ਇਸ ਕੇਸ ਦੇ ਵਿੱਚ ਪਹਿਲਾਂ 5, 6, 7 ਬੰਦੇ ਕੁਛ ਹੈਗੇ ਆ ਇਹਨਾਂ ਦੇ ਡੇਰਾ ਸੱਚਾ ਸੌਦਾ ਦੇ, ਉਹਨਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੀ। ਬਹੁਤ ਲੰਬਾ ਇਹ ਕੇਸ ਇਸ ਕਰਕੇ ਖਿੱਚਿਆ ਗਿਆ ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਇਹ ਬੇਅਦਬੀ ਵਾਲੇ ਮਾਮਲੇ ਹੋਏ ਹੈ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਉਹਨਾਂ ਨੇ ਇਹ ਮਾਮਲਾ CBI ਨੂੰ ਦਿੱਤਾ ਸੀ ਜੀ। ਲੇਕਿਨ ਜਦੋਂ ਕੈਪਟਨ ਸਰਕਾਰ ਬਣ ਗਈ, ਉਹਨਾਂ ਨੇ ਕਿਹਾ ਜੀ CBI ਠੀਕ ਤਰੀਕੇ ਨਾਲ ਇਹਦੀ ਪੜਤਾਲ ਨਹੀਂ ਕਰਦੀ, ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਵੀ ਲਿਖਤਾ ਸੀ ਕਿ ਕੇਸ ਲੰਮਾ ਖਿੱਚਿਆ ਗਿਆ ਜੀ। ਫਿਰ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਜ਼ਰੀਏ ਇੱਕ ਰੈਜੂਲੇਸ਼ਨ ਪਾ ਕੇ ਉਹ ਜਿਹੜਾ ਨੋਟੀਫਿਕੇਸ਼ਨ ਸੀ ਉਹਨੂੰ ਰੱਦ ਕਰਤਾ ਸੀ ਜੀ, ਔਰ ਕੇਸ ਵਾਪਸ ਮੰਗ ਲਿਆ ਸੀ ਕਿ ਸਾਨੂੰ ਪੰਜਾਬ ਪੁਲਿਸ ਨੂੰ ਦੇ ਦਿਓ। ਲੇਕਿਨ CBI ਉਹਦਾ ਵਿਰੋਧ ਕਰਦੀ ਰਹੀ, CBI ਨੇ ਦੇਣ ਤੋਂ ਇਨਕਾਰ ਕੀਤਾ। ਉਦੋਂ ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਦਖਲ ਦੀ ਵਜ੍ਹਾ ਕਾਰਨ CBI ਹੈ ਜਿਹੜੀ ਉਹ ਸਾਨੂੰ ਜਿਹੜੀ ਹੈ ਤਫਤੀਸ਼ ਵਾਪਸ ਨਹੀਂ ਕਰ ਰਹੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਅਕਾਲੀ ਦਲ ਦੇ ਨਾਲ ਉਸ ਵੇਲੇ ਜਿਹੜੀ ਸਾਂਝੀ ਸਰਕਾਰ ਸੀ ਪੰਜਾਬ ਦੇ ਵਿੱਚ ਵੀ, ਤੇ ਪੰਜਾਬ ਦੇ ਵਿੱਚੋਂ ਤਾਂ ਹਟ ਗਈ ਸੀ, ਕੇਂਦਰ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਉੱਥੇ ਹੁੰਦੇ ਸੀਗੇ ਮੈਂਬਰ ਕੈਬਨਿਟ ਦੇ। ਉਹਨਾਂ ਦਾ ਕਰਕੇ ਉਹ ਕਹਿੰਦੇ ਸੀ ਜੀ ਵੀ ਉਹਨਾਂ ਨਾਲ ਰਿਆਇਤ ਕੀਤੀ ਜਾਂਦੀ ਹੈ। ਅਲਟੀਮੇਟਲੀ ਕੋਰਟ ਦੇ ਰਾਹੀਂ ਭਾਵੇਂ ਹੁਕਮ ਹੋ ਗਿਆ ਸੀ ਕਿ ਇਹਨਾਂ ਨੂੰ ਵਾਪਸ ਕਰੋ, ਲੇਕਿਨ ਸੁਪਰੀਮ ਕੋਰਟ ਤੱਕ CBI ਲੜਦੀ ਰਹੀ ਹੈ। ਜਦੋਂ ਇਹ ਕੇਸ ਵਾਪਸ ਆ ਗਿਆ, ਵਾਪਸ ਆਉਣ ਤੋਂ ਬਾਅਦ ਇਹਦੀ SIT ਬਣੀ, SIT ਨੇ ਆਪਦਾ ਕੰਮ ਕੀਤਾ, SIT ਖਤਮ ਕਰਤੀ ਸੀ ਵੀ ਦੀ, ਨਵੀਂ SIT ਬਣ ਗਈ SPS ਪਰਮਾਰ ਵਾਲੀ। ਉਸ SIT ਨੇ ਬੜੇ ਵਧੀਆ ਢੰਗ ਨਾਲ ਕੰਮ ਕੀਤਾ ਔਰ ਉਸ SIT ਨੇ ਪਿਛਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਡੇਰਾ ਮੁਖੀ ਨੂੰ ਨਾਮਜ਼ਦ ਕਰ ਦਿੱਤਾ ਸੀ ਔਰ ਉਹਦਾ ਆਪਣਾ ਕਸਟੋਡੀਅਲ ਰਿਮਾਂਡ ਮੰਗਦੇ ਸੀ, ਕਸਟੋਡੀਅਲ ਇੰਟਰੋਗੇਸ਼ਨ ਵਾਸਤੇ ਪੁਲਿਸ ਰਿਮਾਂਡ ਮੰਗਦੇ ਸੀ ਜੀ। ਲੇਕਿਨ ਪੁਲਿਸ ਰਿਮਾਂਡ ਭਾਵੇਂ ਇੱਥੋਂ ਉਹਨਾਂ ਦਾ ਰਿਮਾਂਡ ਵਾਸਤੇ ਪ੍ਰੋਟੈਕਸ਼ਨ ਵਾਰੰਟ ਜਾਰੀ ਕਰਤਾ ਸੀ ਅਦਾਲਤ ਨੇ, ਪਰ ਡੇਰਾ ਮੁਖੀ ਚਲਾ ਗਿਆ ਸੀ ਹਾਈ ਕੋਰਟ ਤੇ ਹਾਈ ਕੋਰਟ ਨੇ ਕਹਿ ਦਿੱਤਾ ਸੀ ਨਹੀਂ, ਤੁਸੀਂ ਜਾ ਕੇ ਇਹਨੂੰ ਸੁਨਾਰੀਆ ਜੇਲ੍ਹ 'ਚ ਪੁੱਛਗਿੱਛ ਕਰ ਦਿਓ। SIT ਕਈ ਵਾਰੀ ਗਈ, ਉਹਨਾਂ ਨੇ ਪੁੱਛਗਿੱਛ ਕੀਤੀ। ਪੁੱਛਗਿੱਛ ਕਰਨ ਤੋਂ ਬਾਅਦ SIT ਨੇ ਸਾਰਾ ਕੁਝ ਦੇਖ ਦਿਖਾਉਣ ਤੋਂ ਬਾਅਦ ਹੁਣ ਕਿਉਂਕਿ ਦੋਸ਼ੀ ਪਹਿਲਾਂ ਨਾਮਜ਼ਦ ਕਰਤਾ ਸੀ, ਬੰਦੇ ਦਾ ਰਿਮਾਂਡ ਤਾਂ ਹੀ ਮਿਲੂਗਾ ਨਾ ਅਦਾਲਤ ਦੇ ਵਿੱਚ ਜੀ, ਅਦਾਲਤ ਦੇ ਵਿੱਚੋਂ ਜੇ ਉਹਨੂੰ ਦੋਸ਼ੀ ਨਾਮਜ਼ਦ ਕੀਤਾ ਹੋਊਗਾ। ਬਗੈਰ ਦੋਸ਼ੀ ਨਾਮਜ਼ਦ ਕੀਤੇ ਤਾਂ ਨਹੀਂ। ਹੁਣ ਤਫਤੀਸ਼ ਮੁਕੰਮਲ ਕਰ ਲਈ ਹੈ, ਮੁਕੰਮਲ ਤਫਤੀਸ਼ ਕਰਕੇ ਇਸ ਵੇਲੇ ਚਾਰਜ ਸ਼ੀਟ ਦਾਇਰ ਕਰਤੀ ਜੀ। ਚਾਰਜ ਸ਼ੀਟ ਦਾਇਰ ਕਰਕੇ ਮਾਣਯੋਗ ਅਦਾਲਤ ਨੂੰ ਕਹਿਤਾ ਜੀ ਇਹ ਕੇਸ ਚਲਾਇਆ ਜਾਵੇ ਇਹਦੇ ਖਿਲਾਫ। ਇਹ ਵੀ ਜਿਹੜਾ ਉਸ ਕੇਸ ਦੇ ਵਿੱਚ ਬੇਅਦਬੀ ਕੇਸ ਦੇ ਵਿੱਚ ਮੁੱਖ ਦੋਸ਼ੀ ਹੈ ਰਾਮ ਰਹੀਮ। ਇਸ ਲਈ ਮਾਣਯੋਗ ਅਦਾਲਤ ਨੇ ਜਿਹੜੀ ਟ੍ਰਾਇਲ ਕੋਰਟ ਹੈਗੀ ਫਰੀਦਕੋਟ ਦੀ, ਉਹਨਾਂ ਨੇ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੂੰ ਹਦਾਇਤ ਕੀਤੀ ਹੈ ਕਿ 4 ਮਈ ਦੇ ਦਿਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਮ ਰਹੀਮ ਨੂੰ ਇਸ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਜੀ। ਮੇਰੇ ਖਿਆਲ ਮੁਤਾਬਕ ਠੀਕ ਤਰੀਕਾ ਇਹੀ ਹੈ, ਕਿਉਂਕਿ ਅਗਰ ਮਾਣਯੋਗ ਅਦਾਲਤ ਕਹਿ ਦਿੰਦੀ ਕਿ ਫਿਜ਼ੀਕਲੀ ਉਹਨੂੰ ਇੱਥੇ ਪੇਸ਼ ਕੀਤਾ ਜਾਵੇ ਤੇ ਡੇਰਾ ਮੁਖੀ ਨੇ ਫਿਰ ਉੱਪਰ ਜਾਣਾ ਸੀ ਜੀ, ਹਾਈ ਕੋਰਟ ਜਾਣਾ ਸੀ। ਡੇਰਾ ਮੁਖੀ ਨੇ ਜਾ ਕੇ ਕਹਿਣਾ ਸੀ ਕਿ ਮੇਰੀ ਜਾਨ ਨੂੰ ਤਾਂ ਖਤਰਾ ਹੈ ਜੀ, ਪੰਜਾਬ ਦੇ ਵਿੱਚ ਮੈਨੂੰ ਸਿਕਿਉਰਿਟੀ ਮਿਲੀ ਹੋਈ ਹੈ, ਪੰਜਾਬ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੋ ਸਕਦਾ, ਮੈਨੂੰ ਜਾਣ ਤੋਂ ਰੋਕਿਆ ਜਾਵੇ ਜੀ। ਔਰ ਉਹਦੇ ਤੇ ਫਿਰ ਉਹਨਾਂ ਨੇ ਵਧੀਆ ਕੀਤਾ ਹੈ, ਕਹਿੰਦਾ ਕਿ ਵੀਡੀਓ ਕਾਨਫਰੰਸ ਦੇ ਜ਼ਰੀਏ ਉਹ ਪੇਸ਼ ਹੋਵੇ ਔਰ ਉਸ ਦਿਨ ਫਿਰ ਉਹਨਾਂ ਨੂੰ
ਜਿਹੜਾ ਚਾਰਜਸ਼ੀਟ ਦੀ ਕਾਪੀ ਵੀ ਦਿੱਤੀ ਜਾਊਗੀ, ਉਹਨਾਂ ਦੇ ਵਕੀਲ ਨੂੰ ਦਿੱਤੀ ਜਾਊਗੀ, ਅੱਗੇ ਫਿਰ ਐਵੀਡੈਂਸ ਜਿਹੜੀ ਹੈ ਉਹ ਚਾਲੂ ਹੋ ਜਾਣੀ ਹੈ। ਜੀ ਬਖਤੌਰ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟੀਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਤੇ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਖਤਮ ਹੁੰਦਾ ਹੈ। ਸੁਣਦੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਪ੍ਰੋਗਰਾਮ। ਦਲਬੀਰ ਬਰਾੜ ਚਾਹੁੰਦਾ ਆ ਗਿਆ। ਰੱਬ ਰੱਖਾ।